ਕਾਂਡ ਦੂਜਾ। ਦੋਵੇਂ ਘਰ ਬਚਾਊ ਇਨਸਾਫ। ਦੂਜੇ ਦਿਨ ਮੈਂ ਰੋਟੀ ਖਾ ਕੇ ਦੁਪਹਿਰ ਨੂੰ ਫਿਰ ਸਰ ਉੱਤੇ ਚਲਾ ਗਿਆ। ਨਾਲ ਹੀ ਦਹੀਂ ਦਾ ਇੱਕ ਛੰਨਾ ਮਾਂ ਤੋਂ ਲੈ ਲਿਆ। ਉੱਥੇ ਬਾਬਾ ਤੇਗਾ ਸਿੰਘ ਦੀ ਬੋਹੜ ਹੇਠਾਂ ਬਹਿ ਗਿਆ। ਬਾਬਾ ਅਜੇ ਸਰ ਵਿੱਚੋਂ ਮਿੱਟੀ ਕੱਢ ਰਿਹਾ ਸੀ। ਸਰ ਸੁੱਕਾ ਪਿਆ ਸੀ ਕਿਉਂਕਿ ਹਾੜ ਦਾ ਮਹੀਨਾ ਸੀ ਤੇ ਅਜੇ ਬਾਰਿਸ਼ ਨਹੀਂ ਸੀ ਹੋਈ। ਮੈਂ ਵੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਘਰ ਆਇਆ ਹੋਇਆ ਸਾਂ। ਮੇਰੇ ਜਾਣ ਉੱਤੇ ਬਾਬੇ ਨੇ ਕਹੀ ਮਾਰਨੀ ਛੱਡੀ ਤੇ ਮੇਰੇ ਕੋਲ ਆ ਗਿਆ। ਮੈਂ ਨਾਲ ਚੱਲ ਕੇ ਖੂਹ ਉੱਤੇ ਬਾਬੇ ਦਾ ਕੇਸੀ ਇਸ਼ਨਾਨ ਕਰਾਉਣ ਲੱਗਾ। ਬਾਬੇ ਨੇ ਕਿਹਾ, ਤੂੰ ਮੈਨੂੰ ਘਰੋਂ ਲੱਸੀ ਲਿਆ ਦੇ ਤੇ ਮੈਂ ਨਹਾਉਂਦਾ ਹਾਂ। ਥੋੜੇ ਚਿਰ ਵਿੱਚ ਬਾਬੇ ਦੇ ਭਤੀਜੇ ਦਾ ਛੋਟਾ ਪੁੱਤਰ ਰੋਟੀ ਲੈ ਕੇ ਆ ਗਿਆ। ਰੋਟੀ ਦੇ ਨਾਲ ਖਾਣ ਨੂੰ ਇੱਕ ਗੰਢਾ ਪੀਸੀ। ਬਾਬੇ ਨੇ ਮੁੱਕੀ ਮਾਰ ਕੇ ਗੰਢਾ ਭੰਨਿਆ ਤੇ ਮੈਨੂੰ ਕਿਹਾ ਕਿ ਉੱਥੋਂ ਸਾਧੂ ਕੋਲੋਂ ਥੋੜਾ ਜਿਹਾ ਲੂਣ ਲਿਆ ਦੀ। ਉੱਥੇ ਇੱਕ ਕੱਚੀ ਜਿਹੀ ਕੋਠੜੀ ਵਿੱਚ ਇੱਕ ਸਾਧੂ ਰਹਿੰਦਾ ਸੀ। ਮੈਂ ਸਾਧੂ ਕੋਲੋਂ ਲੂਣ ਲਿਆ ਦਿੱਤਾ। ਬਾਬੇ ਨੇ ਗੰਢੇ ਨੂੰ ਹੱਥਾਂ ਵਿੱਚ ਦੱਬ ਕੇ ਕੌੜਾ ਪਾਣੀ ਕੱਢ ਦਿੱਤਾ। ਹੱਥਾਂ ਨਾਲ ਹੀ ਟੋਟੇ ਕਰਕੇ ਆਪਣੀ ਗੜਵੀ ਵਿੱਚ ਪਾ ਕੇ ਧੋ ਲਏ ਤੇ ਉਹਨਾਂ ਨੂੰ ਲੂਣ ਲਾ ਲਿਆ। ਇਸੇ ਤਰ੍ਹਾਂ ਤਿਆਰ ਹੋਈ ਭਾਜੀ ਨਾਲ ਬਾਬੇ ਨੇ ਖੂਬ ਪਚਾਕੇ ਮਾਰ ਕੇ ਸਵਾਦ ਨਾਲ ਰੋਟੀ ਖਾਣੀ ਸ਼ੁਰੂ ਕੀਤੀ। ਨਾਲ ਹੀ ਕਦੀ ਲੱਸੀ ਨਾਲ ਉਹ ਵੀ ਕੁੱਟੋ ਵੱਟੀ ਗਰਾਈਆਂ ਲਗਾਉਂਦਾ ਸੀ। ਸਾਡੇ ਘਰਾਂ ਵਿੱਚ ਸਵੇਰ ਨੂੰ ਕਦੀ ਕੋਈ ਅਮੀਰ ਹੀ ਕਿਸੇ ਪ੍ਰਾਹੁਣੇ ਦੇ ਆਉਣ ਉੱਤੇ ਭਾਜੀ ਬਣਾਉਂਦਾ ਸੀ। ਰਾਤ ਦੀ ਦਾਲ ਗਰਮੀਆਂ ਵਿੱਚ ਸਵੇਰ ਤੱਕ ਖਰਾਬ ਹੋ ਜਾਂਦੀ ਸੀ। ਬਹੁਤੇ ਲੋਕੀ ਗੰਢੇ, ਅਚਾਰ, ਲੂਣ ਮਿਰਚ ਨਾਲ ਹੀ ਜਾਂ ਉੱਕੀ ਹੀ ਰੁੱਕੀ ਰੋਟੀ ਖਾਂਦੇ ਸਨ। ਲੱਸੀ ਕਿਸੇ ਦੇ ਘਰ ਹੁੰਦੀ ਸੀ ਤੇ ਉਸ ਦੇ ਲਿਹਾਜ਼ ਵਾਲਿਆਂ ਨੂੰ ਹੀ ਮਿਲਦੀ ਸੀ। ਬਹੁਤੇ ਲੋਕਾਂ ਨੂੰ ਲੱਸੀ ਨਸੀਬ ਨਹੀਂ ਸੀ ਹੁੰਦੀ, ਜੋ ਇੱਕ ਨਿਆਮਤ ਸਮਝੀ ਜਾਂਦੀ ਸੀ। ਰੋਟੀ ਖਾ ਕੇ ਬਾਬੇ ਨੇ ਆਪਣੀ ਵਾਰਤਾ ਇਉਂ ਸ਼ੁਰੂ ਕੀਤੀ। ਸਰਦਾਰ ਸ਼ਾਮ ਸਿੰਘ ਦੀ ਨੌਕਰੀ ਵਿੱਚ ਕਸਰਤ ਅਸੀਂ ਬੜੀ ਕੀਤਾ ਕਰਦੇ ਸਾਂ। ਗੱਤਕਾ, ਕੁਸ਼ਤੀ, ਸਵਾਰੀ, ਨੇਜਾਬਾਜੀ ਤਾਂ ਸਾਡਾ ਹਰ ਰੋਜ਼ ਦਾ ਕੰਮ ਸੀ। ਇਸ ਤੋਂ ਛੁੱਟ ਪੁਲਿਸ ਦਾ ਕੰਮ ਵੀ ਅਸੀਂ ਹੀ ਕੀਤਾ ਕਰਦੇ ਸਾਂ। ਉਸ ਵੇਲੇ ਪੁਲਿਸ ਕੋਈ ਅਡਰੀ ਨਹੀਂ ਸੀ ਤੇ ਹੁਣ ਦੀ ਪੁਲਿਸ ਵਾਂਗੂ ਫੌਜੀ ਪੁਲਿਸ ਵਿੱਚ ਵੱਡੀ ਖਾਣ ਵਾਲਾ ਕੋਈ ਨਹੀਂ ਸੀ। ਪਟਵਾਰੀ ਤੇ ਹੋਰ ਚਿੱਟੇ ਉੱਤੇ ਕਾਲਾ ਲਿਖਣ ਵਾਲੇ ਤਾਂ ਉਸ ਵੇਲੇ ਵੀ ਵੱਡੀ ਖਾ ਜਾਂਦੇ ਸਨ, ਪਰ ਇਹ ਕਦੀ ਹੋ ਨਹੀਂ ਸੀ ਸਕਦਾ ਕਿ ਕੋਈ ਘੋੜ ਚੜਾ ਵੱਡੀ ਖਾ ਕੇ ਕਿਸੇ ਦੋਸ਼ੀ ਨੂੰ ਛੱਡ ਦੇਵੇ ਜਾਂ ਬੇਦੋਸ਼ੇ ਨੂੰ ਫੜ ਲਵੇ। ਮੈਨੂੰ ਨੌਕਰ ਹੋਇਆ ਅਜੇ 6-7 ਮਹੀਨੇ ਹੀ ਹੋਏ ਹੋਣਗੇ ਕਿ ਇੱਕ ਦਿਨ ਪਾਰੋਂ ਨਾਈਆਂ ਦੇ ਮੋਹੜੇ ਵਿੱਚੋਂ ਇੱਕ ਨੈਣ ਦੋ ਛੋਟੇ ਬੱਚੇ ਨਾਲ ਲਈ ਰੋਂਦੀ ਕੁਰਲਾਂਦੀ ਸਰਦਾਰ ਸ਼ਾਮ ਸਿੰਘ ਕੋਲ ਸੁੱਖੋ ਪੁੱਜੀ। ਸਰਦਾਰ ਸ਼ਾਮ ਸਿੰਘ ਦੇ ਪੁੱਛਣ ਤੇ ਉਸ ਤੀਵੀਂ ਨੇ ਕਿਹਾ ਕਿ ਨੂਰ ਸ਼ਾਹ ਤੇ ਅਹਿਮਦ ਸ਼ਾਹ ਦੋ ਸਯਾਦਾਂ ਨੇ ਮੇਰਾ ਘਰ ਵਾਲੇ ਨੂੰ ਵੱਢ ਦਿੱਤਾ ਹੈ ਤੇ ਮੈਂ ਫਰਿਆਦ ਲੈ ਕੇ ਪੁੱਜੀ ਹਾਂ। ਮੇਰੀ ਗਰੀਬਣੀ ਦਾ ਨਿਆਂ ਕਰੋ। ਮਾਰੀ ਗਈ, ਮੈਂ ਪੁੱਟੀ ਗਈ। ਮੇਰੇ ਰਾਤ ਨੂੰ ਖਾਣ ਜੋਗੇ ਵੀ ਦਾਣੇ ਨਹੀਂ ਹਨ ਤੇ ਮੈਂ ਇਹਨਾਂ ਬੱਚਿਆਂ ਨੂੰ ਕੀਕੂ ਪਾਲਾਂਗੀ। ਇਹ ਕਹਿ ਕੇ ਤੀਵੀਂ ਫਿਰ ਡਾਡਾ ਮਾਰ ਕੇ ਰੋਈ। ਉਸ ਦੀ ਦੁਹਾਈ ਸੁਣ ਕੇ ਸਰਦਾਰ ਸ਼ਾਮ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਸਰਦਾਰ ਨੇ ਉਸ ਨੂੰ ਕਿਹਾ ਕਿ ਹੌਸਲੇ ਨਾਲ ਮੈਨੂੰ ਸਾਰੀ ਗੱਲ ਸੁਣਾ, ਮੈਂ ਜ਼ਰੂਰ ਨਿਆਂ ਦੇਵਾਂਗਾ। ਤੇਰਾ ਨਾਮ ਕੀ ਹੈ? ਉਸ ਤੀਵੀਂ ਨੇ ਆਪਣਾ ਨਾਮ ਫੱਤੋ ਦੱਸਿਆ ਤੇ ਕਿਹਾ ਕਿ ਸਾਡੇ ਮੋਹੜੇ ਵਿੱਚ ਕੋਈ ਖੂਹ ਨਹੀਂ ਹੈ ਤੇ ਅਸੀਂ ਕੱਸ ਵਿੱਚ ਪਾਣੀ ਲਿਆ ਕੇ ਪੀਂਦੇ ਹਾਂ। ਕੱਲ ਮੈਂ ਕੱਸ ਵਿੱਚੋਂ ਪਾਣੀ ਲੈਣ ਗਈ, ਮੇਰੇ ਨਾਲ ਬੇਗੋ ਵੀ ਸੀ। ਉੱਥੇ ਮੈਨੂੰ ਨੂਰ ਸ਼ਾਹ ਮਿਲ ਪਿਆ। ਉਸਨੇ ਮੇਰੇ ਨਾਲ ਟਿਚਕਰ ਕੀਤੀ। ਮੈਂ ਘਰ ਆ ਕੇ ਆਪਣੇ ਘਰ ਵਾਲੇ ਘਸੀਟੇ ਨੂੰ ਦੱਸਿਆ। ਘਸੀਟੇ ਨੇ ਮੋਹੜੇ ਦੇ ਸਾਰੇ ਭਰਾਵਾਂ ਨੂੰ ਸੱਦ ਕੇ ਗੱਲ ਕੀਤੀ। ਮੋਹੜੇ ਵਿੱਚ ਕੁੱਲ 6 ਘਰ ਹੀ ਸਨ। ਸਾਰਿਆਂ ਨੇ ਸਲਾਹ ਕੀਤੀ ਕਿ ਪੰਚਾਇਤ ਬਣਾ ਕੇ ਨੂਰ ਸ਼ਾਹ ਤੇ ਅਹਿਮਦ ਸ਼ਾਹ ਦੇ ਪਿਓ ਕੋਲ ਪੁੱਜਿਆ ਜਾਵੇ, ਪਰ ਉਹਨਾਂ ਦਾ ਪਿਓ ਨੂਰ ਸ਼ਾਹ ਦੇ ਵਿਆਹ ਲਈ ਭੰਗਸਾਣੇ ਘੁਰਾਟਾਂ ਤੋਂ ਦਾਣੇ ਪਿਹਾਉਣ ਗਿਆ ਹੋਇਆ ਸੀ, ਜਿਸ ਕਰਕੇ ਇੱਕ ਦਿਨ ਉਡੀਕਣਾ ਪਿਆ। ਇਹ ਖਬਰ ਸਯਾਦਾਂ ਦੇ ਮੋਹੜੇ ਵਿੱਚ ਹੀ ਪੁੱਜੀ ਤੇ ਨੂਰ ਸ਼ਾਹ ਦੀ ਬਦਨਾਮੀ ਹੋਈ। ਨੂਰ ਸ਼ਾਹ ਗੁੱਸੇ ਵਿੱਚ ਆਪਣੇ ਭਰਾ ਅਹਿਮਦ ਸ਼ਾਹ ਨੂੰ ਨਾਲ ਲੈ ਕੇ ਸਾਡੇ ਮੋਹੜੇ ਆਇਆ ਤੇ ਆਉਂਦਿਆਂ ਹੀ ਦੋਵੇਂ ਭਰਾ ਘਸੀਟੇ ਨੂੰ ਡਾਂਗੀ ਢਹਿ ਪਏ ਤੇ ਉਸ ਨੂੰ ਜਾਨੋਂ ਮਾਰ ਦਿੱਤਾ। ਇਹ ਕਹਿ ਕੇ ਫੱਤੋ ਵੀ ਭੁੱਬਾਂ ਮਾਰ ਕੇ ਰੋਣ ਲੱਗ ਪਈ। ਉਹ ਸਰਦਾਰ ਦੇ ਪੈਰਾਂ ਉੱਤੇ ਡਿੱਗ ਪਈ ਤੇ ਕਹਿਣ ਲੱਗੀ ਕਿ ਅਸੀਂ ਕਿੱਥੇ ਜਾਈਏ? ਇਹ ਸਯਦ ਨਾਲੇ ਚੋਰ ਤੇ ਨਾਲੇ ਚਤਰ ਹਨ। ਇਹਨਾਂ ਸਾਡੇ ਉੱਤੇ ਬਹੁਤ ਵਧੀਕੀਆਂ ਕੀਤੀਆਂ ਹਨ। ਸਿੱਖਾਂ ਦੇ ਆਉਣ ਉੱਤੇ ਸਾਨੂੰ ਆਰਾਮ ਨਾਲ ਦਿਨ ਕੱਟਣ ਦੀ ਆਸ ਬੱਝੀ ਸੀ, ਪਰ ਇਹ ਮਸਤੇ ਹੋਏ ਸਯਦ ਸਿੱਖਾਂ ਦੀ ਵੀ ਪਰਵਾਹ ਨਹੀਂ ਕਰਦੀ। ਜਿਸ ਤਰ੍ਹਾਂ ਸਰਦਾਰਾ ਵੇ ਮੇਰੇ ਸਰਦਾਰਾ, ਤੂੰ ਇਸ ਤਰੇਗੜੇ ਵਿੱਚੋਂ ਲੁੱਟ ਤੇ ਚੋਰੀ ਹਟਾਈ ਹੈ, ਇਸੇ ਤਰ੍ਹਾਂ ਸਾਡੇ ਗਰੀਬਾਂ ਉੱਤੇ ਜ਼ੁਲਮ ਵੀ ਹਟਾ। ਲੋਕੀ ਤੈਨੂੰ ਬਿਕਰਮਾਜੀਤ ਕਹਿੰਦੇ ਹਨ, ਪਰ ਮੈਂ ਕੀ ਜਾਣਾ। ਮੇਰਾ ਘਰ ਵਾਲਾ ਤਾਂ ਦਿਨ ਦੀਵੀਂ ਹੀ ਬੁਰਸ਼ੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਕੋਹ ਦਿੱਤਾ। ਇਹ ਸਯਦ ਬਹੁਤ ਹੀ ਭੂਤਰੇ ਹੋਏ ਹਨ। ਫੱਤੋ ਦੀ ਗੱਲ ਸੁਣ ਕੇ ਸਰਦਾਰ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਝੱਟ ਆਪ ਤਿਆਰ ਹੋ ਗਿਆ। ਨਾਲ 10 ਘੋੜ ਚੜੇ ਲਏ ਤੇ ਘੋੜਿਆਂ ਨੂੰ ਦੁੜਕੀ ਪਾ ਕੇ ਨਾਈਆਂ ਦੇ ਮੋਹੜੇ
ਪੁੱਜੇ। ਜਦ ਸਰਦਾਰ ਨੇ ਗੱਲ ਪੁੱਛੀ ਤਾਂ ਦੂਜਾ ਨਾਈ ਕੋਈ ਮੰਨੇ ਹੀ ਨਾ ਕਿ ਘਸੀਟੇ ਨੂੰ ਮੈਂ ਡਾਂਗਾ ਪੈਂਦੀਆਂ ਵੇਖੀਆਂ ਹਨ। 6 ਘਰਾਂ ਦਾ ਮੋਹੜਾ ਇੱਕ ਸੀ ਤੇ ਸਾਰਿਆਂ ਦੇ ਇਹ ਕਾਰਾ ਵੇਖਿਆ ਸੀ। ਪਰ ਜਿਸ ਤੋਂ ਸਰਦਾਰ ਪੁੱਛੇ ਕੋਈ ਉੱਤਰ ਦੇਵੇ ਕਿ ਮੈਂ ਤਾਂ ਬਾਹਰ ਝਾੜੇ ਫਿਰਨ ਗਿਆ ਹੋਇਆ ਸਾਂ ਤੇ ਕੋਈ ਫੱਤੋ ਦੀਆਂ ਚੀਕਾਂ ਸੁਣ ਕੇ ਆਇਆ ਸਾਂ, ਮੈਨੂੰ ਨਹੀਂ ਪਤਾ ਕਿ ਲੜਾਈ ਕਿਸ ਤਰ੍ਹਾਂ ਹੋਈ। ਜਦ ਸਰਦਾਰ ਨੇ ਪੁੱਛਿਆ ਕਿ ਤੁਸਾਂ ਪੰਚਾਇਤ ਵਿੱਚ ਨੂਰ ਸ਼ਾਹ ਦੇ ਪਿਓ ਕੋਲ ਜਾਣ ਦੀ ਸਲਾਹ ਕੀਤੀ ਸੀ ਕਿ ਨਹੀਂ, ਤਾਂ ਸਾਰੇ ਹੀ ਮੁੱਕਰ ਗਏ। ਹਰ ਕੋਈ ਕਹੇ ਕਿ ਮੈਨੂੰ ਨਹੀਂ ਪਤਾ। ਸਰਦਾਰ ਤਾੜ ਗਿਆ ਕਿ ਸਜਦਾ ਨੇ ਇਹਨਾਂ ਗਰੀਬਾਂ ਤੇ ਕਮਜ਼ੋਰਾਂ ਨੂੰ ਡਰਾਇਆ ਹੋਇਆ ਹੈ। ਉਸਨੇ ਨਾਈਆਂ ਨੂੰ ਤਸੱਲੀ ਦਿੱਤੀ ਕਿ ਤੁਹਾਡੀ ਜਾਨ, ਇੱਜ਼ਤ ਤੇ ਮਾਲ ਦਾ ਮੈਂ ਜ਼ਿੰਮੇਵਾਰ ਹਾਂ, ਤੁਸੀਂ ਸੱਚੋ ਸੱਚ ਦੱਸੋ। ਪਰ ਫਿਰ ਵੀ ਉਹ ਹਾਲ। ਸਰਦਾਰ ਨੇ ਆਪਣੀ ਤਲਵਾਰ ਚੁੱਕ ਕੇ ਤਲਵਾਰ ਦੀ ਸਹੁੰ ਖਾਧੀ। ਪਰ ਨਾਈ ਇਹੋ ਸਮਝਣ ਕਿ ਸਰਦਾਰ ਨੇ ਇੱਥੋਂ ਚਲੇ ਜਾਣਾ ਹੈ ਤੇ ਸਾਨੂੰ ਸਜਦਾ ਨੇ ਮਾਰ ਦੇਣਾ ਹੈ। ਇਹ ਹਾਲਾਤ ਵੇਖ ਕੇ ਸਰਦਾਰ ਕੁਝ ਗੁੱਸਾ ਆਇਆ। ਗੁੱਸੇ ਵਿੱਚ ਆ ਕੇ ਸਰਦਾਰ ਨੇ ਕਿਹਾ ਕਿ ਦੱਸੋ, ਆਹ ਘਸੀਟਾ ਸਾਹਮਣੇ ਮੋਇਆ ਪਿਆ ਹੈ ਤੇ ਡਾਂਗਾ ਨਾਲ ਮੋਇਆ ਹੈ। ਇਸ ਦੀ ਇੱਕ ਵੀਣੀ ਟੁੱਟੀ ਹੋਈ ਹੈ ਤੇ 2 ਥਾਂ ਤੋਂ ਸਿਰ ਖੁੱਲਿਆ ਹੋਇਆ ਹੈ। ਇਸ ਨੂੰ ਤੁਹਾਡਾ ਪਿਓ ਮਾਰ ਗਿਆ। ਮੈਂ ਤੁਹਾਨੂੰ ਸਾਰਿਆਂ ਨੂੰ ਸਿੱਧਾ ਕਰਾਂਗਾ। ਕਤਲ ਨੂੰ ਲੁਕਾਉਣਾ ਵਿੱਚ ਸਹਾਈ ਹੋ ਕੇ ਤੁਸੀਂ ਵੀ ਕਤਲ ਦੇ ਜ਼ਿੰਮੇਵਾਰ ਹੋ। ਵੇਖੋ ਕੀ ਬਣਦਾ ਹੈ। ਸਰਦਾਰ ਦੀਆਂ ਲਾਲ ਅੱਖਾਂ ਵੇਖ ਕੇ ਨਾਈ ਬੜੇ ਘਬਰਾਏ। ਚੁੱਪ ਕਰਕੇ ਸਭ ਨੇ ਨੀਵੀਂ ਪਾ ਲਈ ਤੇ ਲੱਗੇ ਕੰਬਣ। ਸਰਦਾਰ ਨੇ 2 ਘੋੜ ਚੜੇ ਸਜਦਾ ਦੇ ਮੋਹੜੇ ਘੱਲੇ ਤੇ ਕਿਹਾ ਕਿ ਸਾਰੇ ਪੱਗ ਬਨੇ ਸਜਦਾ ਨੂੰ ਅੱਗੇ ਧਰ ਲਿਆਓ। ਮੈਂ ਗਿਆ ਤੇ ਦੂਜਾ ਮੇਰੇ ਨਾਲ ਭਾਨ ਸਿੰਘ ਸੀ। ਅਸਾਂ ਸਜਦਾ ਦੇ ਮੋਹੜੇ ਵਿੱਚ ਜਾਂਦਿਆਂ ਹੀ ਜੈਕਾਰਾ ਗਜਾਇਆ ਤੇ ਉੱਚੀ ਜਿਹੀ ਸਰਦਾਰ ਦਾ ਹੁਕਮ ਸੁਣਾਇਆ। ਸਾਰੇ ਸੱਜਦ ਇਕੱਠੇ ਹੋ ਗਏ। ਮੈਂ ਨੂਰ ਸ਼ਾਹ ਤੇ ਅਹਿਮਦ ਸ਼ਾਹ ਦੋਹਾਂ ਨੂੰ ਜਾਣਦਾ ਸਾਂ, ਉਹ ਵੀ ਮੈਨੂੰ ਜਾਣਦੇ ਸਨ। ਉਹ ਮੇਰੇ ਪੈਰੀਂ ਆ ਪਏ, ਕਹਿਣ ਜਿਵੇਂ ਜਾਣਦਾ ਹੈ ਸਾਨੂੰ ਬਚਾ। ਮੈਂ ਕਿਹਾ ਤੁਸੀਂ ਸਰਦਾਰ ਦੇ ਪੈਰੀਂ ਚੱਲ ਡਿੱਗੋ ਤੇ ਸਭ ਸੱਚ ਸੱਚ ਦੱਸ ਦਿਓ, ਫਿਰ ਭਾਵੇਂ ਕੋਈ ਬਚਾਅ ਹੋ ਸਕੇ। ਉਂਝ ਬੜਾ ਧੱਕਾ ਕੀਤਾ ਹੈ। ਜਦ ਅਸੀਂ ਸਰਦਾਰ ਕੋਲ ਪੁੱਜੇ ਤਾਂ ਸਰਦਾਰ ਨੇ ਹੁਕਮ ਦਿੱਤਾ ਕਿ ਜਾਓ ਸਾਰੇ ਸੱਜਦ ਪਹਿਲਾਂ ਘਸੀਟੇ ਦੀ ਲਾਸ਼ ਲਈ ਕਬਰ ਪੁੱਟੋ। ਸੱਜਦਾਂ ਨੂੰ ਨਾਈਆਂ ਦਾ ਕੰਮੀ ਬਣਨਾ ਪਿਆ। ਉਧਰ ਕਬਰ ਪੁੱਟੀ ਗਈ। ਇਧਰ ਸਰਦਾਰ ਨੇ 1 ਰੁਪਏ ਦਾ ਕੱਪੜਾ ਲੈ ਉਸੇ ਮੋਹੜੇ ਵਿੱਚੋਂ ਦਰਜੀ ਕੋਲੋਂ ਕਫਨ ਤਿਆਰ ਕਰਵਾ ਲਿਆ। ਮੁੱਲਾ ਨੂੰ ਵੀ ਬੁਲਾ ਲਿਆ। ਸਰਦਾਰ ਨੇ ਘਸੀਟੇ ਦੀ ਲੋਥ ਨੂੰ ਸਭ ਤੋਂ ਪਹਿਲਾਂ ਇੱਕ ਪਾਸੇ ਮੋਢਾ ਦਿੱਤਾ ਤੇ ਬਾਕੀ 3 ਪਾਸਿਆਂ ਤੋਂ ਨਾਈਆਂ ਨੇ ਚੁੱਕਿਆ। ਸਰਦਾਰ ਨੂੰ ਵੇਖ ਕੇ ਰਾਹ ਵਿੱਚ ਮੈਂ ਵੀ ਮੋਢਾ ਦਿੱਤਾ। ਹੋਰ 1-2 ਸਿੰਘਾਂ ਨੇ ਵੀ ਮੋਢੇ ਦਿੱਤੇ, ਪਰ ਸੱਜਦ ਕਿਸੇ ਨੇ ਵੀ ਮੋਢਾ ਨਾ ਦਿੱਤਾ। ਸਰਦਾਰ ਇਹ ਗੱਲ ਤਾੜਦਾ ਸੀ। ਜਦ ਮੁਰਦਾ ਦਫਨਾ ਕਰਕੇ ਘਰ ਮੁੜੇ ਤਾਂ ਸਰਦਾਰ ਨੇ ਫੱਤੋ ਨੂੰ ਕਿਹਾ ਕਿ ਰੋਟੀ ਪਕਾ ਕੇ ਬੱਚਿਆਂ ਨੂੰ ਖਵਾ। ਪਰ ਫੱਤੋ ਦੇ ਘਰ ਦਾਣੇ ਨਹੀਂ ਸਨ। ਗਵਾਂਢਣ ਤੋਂ ਉਹ ਦਾਣੇ ਲਿਆਈ ਤੇ ਸਰਦਾਰ ਨੇ ਵੇਖ ਲਿਆ। ਉਸ ਵੇਲੇ ਸਰਦਾਰ ਨੇ 1 ਰੁਪਏ ਦੇ ਦਾਣੇ ਤੇ 1 ਰੁਪਏ ਦਾ ਘਿਓ ਫੱਤੋ ਨੂੰ ਲੈ ਦਿੱਤਾ। ਬਾਜਰੇ ਦੇ ਦਾਣੇ ਰੁਪਏ ਦੇ 2 ਮਣ ਪੱਕੇ ਲੱਭ ਪਏ ਤੇ ਘਿਓ 5 ਸੇਰ ਪੱਕਾ ਲੱਭਾ। ਮੈਨੂੰ ਤੇ ਗੁਲਾਬ ਸਿੰਘ ਨੂੰ ਸਰਦਾਰ ਉੱਥੋਂ ਛੱਡ ਕੇ ਆਪ ਸੁੱਖੋ ਚਲਾ ਗਿਆ ਤੇ ਸਾਨੂੰ ਕਹਿ ਗਿਆ ਮੈਂ ਸਵੇਰੇ ਆਵਾਂਗਾ ਤੇ ਤੁਸੀਂ ਸ਼ੋਅ ਕਾਢੀ ਰੱਖਣੀ। ਨੂਰ ਸ਼ਾਹ ਤੇ ਅਹਿਮਦ ਸ਼ਾਹ ਦੋਵੇਂ ਆਪਣੇ ਮੋੜੇ ਵਿੱਚ ਹੀ ਰਹੇ। ਉਹਨਾਂ ਨੂੰ ਇਹ ਹੌਸਲਾ ਨਹੀਂ ਸੀ ਪੈਂਦਾ ਕਿ ਉਹ ਦੋਵੇਂ ਭੱਜ ਜਾਣ। ਸਾਰੇ ਨਾਈ ਤੇ ਸਾਰੇ ਸੱਜਦ ਮੇਰੇ ਵਾਕਿਫ ਸਨ। ਉਹਨਾਂ ਦੀਆਂ ਜਨਾਨੀਆਂ ਨੂੰ ਵੀ ਮੈਂ ਜਾਣਦਾ ਸਾਂ। ਮੰਗੂ ਦੀ ਬੁੱਢੀ ਦਾਦੀ ਬੱਗੋ ਸਾਡੇ ਘਰ ਆਇਆ ਕਰਦੀ ਸੀ ਤੇ ਮੇਰੇ ਨਾਲ ਖੁੱਲੀ ਗੱਲ ਕਰਿਆ ਕਰਦੀ ਸੀ। ਰਾਤ ਨੂੰ ਮੈਂ ਗੁਲਾਬ ਸਿੰਘ ਨੇ ਸ਼ੱਕਰ ਪਾ ਕੇ ਬਾਜਰਾ ਉਬਾਲਿਆ ਸੀ ਤੇ ਮਿੱਠਾ ਖਿੱਚੜ ਥੋੜਾ ਜਿਹਾ ਵਧਿਆ ਸੀ। ਮੈਂ ਉਹ ਲੈ ਕੇ ਬੱਗੋ ਕੋਲ ਗਿਆ। ਮੈਂ ਉਸ ਨੂੰ ਬੇਬੋ ਕਿਹਾ ਕਰਦਾ ਸਾਂ। ਜਾ ਕੇ ਖਿੱਚੜ ਬੱਗੋ ਨੂੰ ਵਿਖਾਇਆ ਤੇ ਕੋਲ ਬਹਿ ਕੇ ਇਉਂ ਗੱਲ ਸ਼ੁਰੂ ਕੀਤੀ, ਬੇਬੇ ਕਿਹੜਾ ਅਨਰਥ ਹੋਇਆ ਹੈ। ਇਸ ਤਰ੍ਹਾਂ ਗਰੀਬ ਕਦੇ ਬਚੇ। ਨਾਲੇ ਤਾਂ ਨੂਰ ਸ਼ਾਹ ਨੇ ਫੱਤੋ ਨੂੰ ਟਿੱਚਰ ਕੀਤੀ ਸੀ ਤੇ ਨਾਲੇ ਉਸ ਦੇ ਖਾਮਦ ਨੂੰ ਜਾਨੋਂ ਮਾਰ ਦਿੱਤਾ। ਇਸ ਤਰ੍ਹਾਂ ਤੁਹਾਡਾ ਵਸੇਬਾ ਕਦ ਹੋਇਆ? ਬੱਗੋ ਨੇ ਅੱਗੋਂ ਕਿਹਾ, ਕੀ ਕਹਾਂ, ਅਸਾਂ ਤਾਂ ਡਰਦੇ ਮਾਰੇ ਜ਼ਬਾਨ ਨਹੀਂ ਖੋਲਦੇ। ਤੂੰ ਮੇਰਾ ਪੁੱਤਰ ਹੈ, ਤੂੰ ਕਿਸੇ ਨਾਲ ਗੱਲ ਨਾ ਕਰੀ। ਸਜਦਾ ਨੇ ਇਹਨਾਂ ਨਾਈਆਂ ਨੂੰ ਡਰਾਇਆ ਹੈ ਤੇ ਇਹ ਡਰਦੇ ਮਾਰੇ ਸੱਚ ਨਹੀਂ ਦੱਸਦੇ। ਇਹਨਾਂ ਬੜਾ ਅਨਰਥ ਕੀਤਾ ਹੈ। ਮੇਰੇ ਸਾਹਮਣੇ ਅਹਿਮਦ ਸ਼ਾਹ ਨੇ ਘਸੀਟੇ ਨੂੰ ਡਾਂਗ ਮਾਰੀ, ਉਹ ਡਿੱਗ ਪਿਆ ਤੇ ਡਿੱਗੇ ਹੋਏ ਨੂੰ ਉਸਨੇ ਇੱਕ ਹੋਰ ਡਾਂਗ ਮਾਰੀ। ਨੂਰ ਸ਼ਾਹ ਦਾ ਤਾਂ ਐਵੇਂ ਨਾਮ ਲੈਂਦੇ ਹਨ, ਉਹ ਤਾਂ ਅਹਿਮਦ ਸ਼ਾਹ ਨੂੰ ਰੋਕਦਾ ਸੀ। ਅਜੇ ਅਹਿਮਦ ਸ਼ਾਹ ਹੋਰ ਡਾਂਗ ਚੁੱਕੀ ਸੀ ਪਰ ਨੂਰ ਸ਼ਾਹ ਨੇ ਫੜ ਲਈ ਸੀ। ਇਸੇ ਤਰ੍ਹਾਂ ਨਾਲ ਗੱਲ ਕਰਕੇ ਮੈਂ ਸਾਰਾ ਭੇਦ ਲੈ ਲਿਆ। ਦੂਜੇ ਦਿਨ ਸਵੇਰੇ ਹੀ ਸਰਦਾਰ ਆਪ ਪੁੱਜਾ ਤੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਉਸਨੇ ਸਜਦਾ ਨੂੰ ਸੱਦਿਆ ਤੇ ਨੂਰ ਸ਼ਾਹ ਤੇ ਅਹਿਮਦ ਸ਼ਾਹ ਨੂੰ ਕਿਹਾ ਕਿ ਸੱਚੋ ਸੱਚ ਦੱਸ ਦਿਓ। ਗੱਲ ਦਾ ਤਾਂ ਮੈਨੂੰ ਪਤਾ ਲੱਗ ਗਿਆ ਹੈ। ਇਹ ਮੇਰੀ ਜ਼ਗੀਰ ਹੈ। ਇਸ ਵਿੱਚ ਮੈਨੂੰ ਮਹਾਰਾਜ ਵੱਲੋਂ ਹਰ ਤਰ੍ਹਾਂ ਦੀ ਸਜ਼ਾ ਦੇਣ ਦਾ ਅਖਤਿਆਰ ਹੈ। ਹੁਣ ਝੂਠ ਬੋਲਣ ਦਾ ਤਾਂ ਲਾਭ ਵੀ ਨਹੀਂ ਹੋਏਗਾ। ਸਾਰੇ ਲੋਕਾਂ ਨੂੰ ਪਤਾ ਸੀ ਕਿ ਸਰਦਾਰ ਸ਼ਾਮ ਸਿੰਘ ਕੋਲ ਸੱਚ ਦੱਸਣ ਨਾਲ ਸਜ਼ਾ ਘਟ ਜਾਂਦੀ ਹੈ। ਅਹਿਮਦ ਸ਼ਾਹ ਨੇ ਸਾਰੀ ਗੱਲ ਸੱਚੀ ਦੱਸੀ, ਪਰ ਆਪਣੇ ਆਪ ਨੂੰ ਬਚਾਉਣ ਲਈ ਇੱਕ ਵੱਡਾ ਭੇਦ ਰੱਖ ਗਿਆ। ਉਸਨੇ ਕਿਹਾ ਕਿ ਮੈਂ ਤਾਂ ਨੂਰ ਸ਼ਾਹ ਨੂੰ ਘਸੀਟੇ ਦੇ ਪੈਰੀ ਪਵਾਉਣ ਲਈ ਨਾਲ ਲੈ ਗਿਆ ਸਾਂ। ਘਸੀਟੇ ਨੇ ਅੱਗੋਂ ਕੋਈ ਗੱਲ ਸੁਣੀ ਬੁੱਝੀ ਨਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗੰਦੀਆਂ ਗਾਲਾਂ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਡਾਂਗ ਵਿਖਾਈ। ਘਸੀਟੇ ਨੇ ਪਹਿਲਾਂ ਡਾਂਗ ਮਾਰੀ ਤੇ ਮੈਂ ਉਹ ਡਾਂਗ ਆਪਣੀ ਡਾਂਗ ਉੱਤੇ ਰੋਕੀ ਤੇ ਫਿਰ 1-2 ਡਾਂਗਾਂ ਮਾਰੀਆਂ। ਇਹ ਸੁਣ ਕੇ ਫੱਤੋ ਕੋਲ ਬੈਠੀ ਰੋ ਪਈ ਤੇ ਕਹਿਣ ਲੱਗੀ, ਸਭ ਝੂਠ ਹੈ। ਘਸੀਟੇ ਨੂੰ ਤਾਂ ਆਉਂਦਿਆਂ ਹੀ ਨੂਰ ਸ਼ਾਹ ਨੇ ਗਾਲ ਕੱਢੀ ਤੇ ਨਾਲ ਹੀ ਡਾਂਗ
ਮਾਰੀ ਸੀ। ਸੀਟੇ ਕੋਲ ਤਾਂ ਡਾਂਗ ਹੈ ਹੀ ਕੋਈ ਨਹੀਂ ਸੀ। ਹੁਣ ਸਰਦਾਰ ਸ਼ਾਮ ਸਿੰਘ ਨੇ ਨੂਰ ਸ਼ਾਹ ਤੇ ਅਹਿਮਦ ਸ਼ਾਹ ਨੂੰ ਆਡਰਾ ਕਰਕੇ ਪੁੱਛਿਆ, ਪਰ ਦੋਹਾਂ ਦੇ ਬਿਆਨਾਂ ਵਿੱਚ ਕੋਈ ਫਰਕ ਨਹੀਂ ਸੀ। ਦੋਵੇਂ ਕਹਿੰਦੇ ਸਨ ਕਿ ਅਹਿਮਦ ਸ਼ਾਹ ਨੇ 2 ਡਾਂਗਾ ਮਾਰੀਆਂ ਸਨ। ਸਰਦਾਰ ਸ਼ਾਮ ਸਿੰਘ ਨੇ ਆਪ ਮੁਰਦੇ ਵੇਖਿਆ ਹੋਇਆ ਸੀ ਤੇ ਉਸ ਉੱਤੇ ਇੰਨੇ ਡਾਂਗਾ ਲੱਗੀਆਂ ਹੋਈਆਂ ਸਨ, ਇੱਕ ਨਾਲ ਵੀਣੀ ਟੁੱਟੀ ਹੋਈ ਸੀ ਤੇ ਦੂਜੇ 2 ਸਿਰਾਂ ਵਿੱਚ ਪਈਆਂ ਸਨ। ਵੀਣੀ ਟੁੱਟਣ ਤੋਂ ਸਰਦਾਰ ਸ਼ਾਮ ਸਿੰਘ ਨੂੰ ਫੱਤੋ ਦੇ ਬਿਆਨ ਉੱਤੇ ਨਿਸ਼ਚਾ ਹੋ ਗਿਆ ਸੀ ਕਿ ਘਸੀਟੇ ਕੋਲ ਡਾਂਗ ਕੋਈ ਨਹੀਂ ਸੀ। ਪਹਿਲੀ ਡਾਂਗ ਸਾਹਮਣੇ ਉਸਨੇ ਆਪਣੀ ਵੀਣੀ ਰੱਖੀ ਹੋਈ ਸੀ। ਨਾਲੇ ਸਰਦਾਰ ਨੂੰ ਮੈਂ ਵੀ ਦੱਸ ਦਿੱਤਾ ਸੀ ਜੋ ਮੈਨੂੰ ਬੱਗੋ ਤੋਂ ਪਤਾ ਲੱਗਾ ਸੀ। ਸਰਦਾਰ ਨੂੰ ਸੱਚ ਤਾਂ ਪਤਾ ਲੱਗ ਚੁੱਕਾ ਸੀ, ਪਰ ਉਹ ਅਜੇ ਵੀ ਪਕਿਆਈ ਕਰਨਾ ਚਾਹੁੰਦਾ ਸੀ। ਉਸਦੇ ਦਿਲ ਵਿੱਚ ਸਦਾ ਇਹ ਖਿਆਲ ਰਹਿੰਦਾ ਸੀ ਕਿ ਕੋਈ ਨਿਹੱਕਾ ਨਾ ਮਾਰਿਆ ਜਾਵੇ। ਨੂਰ ਸ਼ਾਹ ਤੇ ਅਹਿਮਦ ਸ਼ਾਹ ਦਾ ਪਿਓ ਕਰਮ ਸ਼ਾਹ ਵੀ ਆ ਗਿਆ। ਸਰਦਾਰ ਨੇ ਕਰਮ ਸ਼ਾਹ ਨੂੰ ਕਿਹਾ ਕਿ ਮੈਂ ਮਸਜਿਦ ਵਿੱਚ ਚੱਲ ਕੇ ਉੱਥੇ ਤੇਲ ਦਾ ਕੜਾਹ ਤੱਤਾ ਕਰਵਾ ਕੇ ਤੈਥੋਂ ਕਸਮ ਲਵਾਵਾਂਗਾ ਤੇ ਤੇਰਾ ਹੱਥ ਤੇਲ ਵਿੱਚ ਪਾਵਾਂਗਾ। ਚੰਗੀ ਗੱਲ ਹੈ ਜੇ ਤੂੰ ਪਹਿਲਾਂ ਹੀ ਦੱਸ ਦੇਵੇਂ। ਕਰਮ ਸ਼ਾਹ ਨੇ ਇਸ ਧਮਕੀ ਨਾਲ ਸੱਚ ਮੰਨ ਲਿਆ। ਫਿਰ ਸਰਦਾਰ ਨੇ ਨਾਈਆਂ ਨੂੰ ਸੱਦ ਕੇ 2 ਜੁੱਤੀਆਂ ਮਰਵਾਈਆਂ ਤੇ ਕਿਹਾ, ਤੁਸੀਂ ਇਹ ਜੁੱਤੀਆਂ ਜੋਗੇ ਹੀ ਹੋ। ਜੇ ਇਤਨੇ ਡਰਦੇ ਹੋ ਕਿ ਐਡੇ ਵੱਡੇ ਅਨਰਥ ਹੋਣ ਉੱਤੇ ਵੀ ਸੱਚ ਨਹੀਂ ਕਹਿ ਸਕਦੇ। ਕਰਮ ਸ਼ਾਹ ਮੰਨ ਚੁੱਕਾ ਸੀ, ਇਸ ਕਰਕੇ ਨਾਈ ਵੀ ਸਾਰੇ ਸੱਚ ਮੰਨ ਗਏ। ਹੁਣ ਸਰਦਾਰ ਦੇ ਮਣ ਪੱਕੇ ਦਾਣੇ ਸਾਰੇ ਨਾਈਆਂ ਉੱਤੇ ਲਾਏ ਤੇ 2 ਮਣ ਸਾਰੇ ਸਜਦਾਂ ਉੱਤੇ। ਕੁੱਲ ਦਾਣੇ 6 ਮਣ ਨਾਈਆਂ ਤੋਂ ਤੇ 16 ਮਣ ਸਜਦਾਂ ਤੋਂ ਬਣੇ। ਇਹ ਸਾਰੇ ਦਾਣੇ ਫੱਤੋ ਨੂੰ ਦਿੱਤੇ ਗਏ। ਫਿਰ ਸਰਦਾਰ ਨੇ ਸਜਦਾਂ ਨੂੰ ਆਕੜ ਭੰਨਣ ਲਈ ਉਹਨਾਂ ਤੋਂ ਨਾਈਆਂ ਦੀ ਰੋਟੀ ਪਕਵਾਈ ਤੇ ਮੰਜੇ ਉੱਤੇ ਬੈਠੇ ਨਾਈਆਂ ਨੂੰ ਖਵਾਈਆਂ। ਇਹ ਕੁਝ ਕਰਕੇ ਹੁਣ ਸਰਦਾਰ ਅਸਲ ਮੁਲਜ਼ਮ ਵੱਲ ਆਇਆ। ਨੂਰ ਸ਼ਾਹ ਨੂੰ ਤਾਂ ਸਰਦਾਰ ਨੇ ਉੱਥੇ ਪੰਚਾਇਤ ਵਿੱਚ ਹੀ ਪਹਿਲਾਂ ਹੀ ਬੇਗਿਣਤ ਹੀ ਜੁੱਤੀਆਂ ਮਰਵਾਈਆਂ। ਫਿਰ ਫੱਤੋ ਨੂੰ ਕਿਹਾ, ਤੂੰ ਜੋ ਵਾਜਬ ਜਹੀ ਸਜ਼ਾ ਦੱਸੇ ਉਹ ਇਸ ਨੂੰ ਦੇਵਾਂਗੇ। ਜੋ ਕੋਈ ਕਿਸੇ ਧੀ ਭੈਣ ਵੱਲ ਤੱਕੇਗਾ ਉਸ ਨਾਲ ਮੈਂ ਬੁਰੀ ਤਰ੍ਹਾਂ ਸਿੱਜਾਂਗਾ। ਅਹਿਮਦ ਸ਼ਾਹ ਬਾਬਤ ਸਰਦਾਰ ਨੇ ਪਤਾ ਕਰ ਲਿਆ ਸੀ ਕਿ ਉਸ ਦੀ ਇੱਕ ਤੀਵੀਂ 2 ਛੋਟੇ ਬੱਚੇ ਹਨ। ਅਹਿਮਦ ਸ਼ਾਹ ਸੰਬੰਧੀ ਸਰਦਾਰ ਨੇ ਫੱਤੋ ਨੂੰ ਕਿਹਾ, ਇਹ ਕਾਤਲ ਹੈ ਤੇ ਭੈੜਾ ਕਾਤਲ ਹੈ। ਇਸ ਲਈ ਸਜ਼ਾ ਤਾਂ ਇਹ ਹੈ ਕਿ ਇਸ ਦੇ ਬੰਦ ਕਟਵਾਏ ਜਾਣ, ਪਰ ਇਸ ਦੇ ਬੱਚੇ ਛੋਟੇ ਹਨ। ਇਸ ਕਰਕੇ ਮੈਂ ਇਸ ਨੂੰ ਉੱਕਾ ਹੀ ਤੇਰੇ ਹਵਾਲੇ ਕਰਦਾ ਹਾਂ। ਜੋ ਤੂੰ ਕਹੇ ਇਸ ਨੂੰ ਸਜ਼ਾ ਦੇਵਾਂਗੇ। ਮੇਰਾ ਜੀ ਨਹੀਂ ਕਰਦਾ ਕਿ 2 ਬੱਚੇ ਤੇਰੇ ਯਤੀਮ ਹੋ ਗਏ ਹਨ ਤੇ 2 ਹੋਰ ਕਰ ਦੇਵਾਂ, ਪਰ ਇਸ ਨੇ ਜ਼ੁਲਮ ਬੜਾ ਕੀਤਾ ਹੈ, ਫਿਰ ਝੂਠ ਬੋਲਿਆ ਹੈ। ਇਸ ਲਈ ਮੈਂ ਨਿਆਂ ਕਰਾਂਗਾ ਤੇ ਰਹਿਮ ਨਹੀਂ ਕਰਾਂਗਾ। ਫੱਤੋ ਨੇ ਕੋਈ ਜਵਾਬ ਨਾ ਦਿੱਤਾ। ਇਹ ਖਬਰ ਸਜਦਾਂ ਦੇ ਮੋਹੜੇ ਜਾ ਪੁੱਜੀ, ਜੋ ਉੱਥੋਂ ਕੋਈ 400 ਗਜ ਦੀ ਵਿੱਥ ਉੱਤੇ ਸੀ। ਉੱਥੋਂ ਅਹਿਮਦ ਸ਼ਾਹ ਦੀ ਵਹੁਟੀ ਫਾਤਮਾ ਬੀਬੀ ਆਪਣੇ ਦੋਵੇਂ ਛੋਟੇ ਬੱਚੇ ਲੈ ਕੇ ਭੱਜੀ ਆਈ। ਆ ਕੇ ਸਰਦਾਰ ਦੇ ਪੈਰਾਂ ਉੱਤੇ ਡਿੱਗ ਪਈ, ਨਾਲ ਹੀ ਬੱਚੇ ਰੱਖ ਦਿੱਤੇ। ਸਰਦਾਰ ਨੇ ਕਿਹਾ, ਬੀਬੀ ਤੇਰਾ ਕੋਈ ਕਸੂਰ ਨਹੀਂ ਹੈ ਤੇ ਨਾ ਇਹਨਾਂ ਬੱਚਿਆਂ ਦਾ ਹੈ। ਇਹਨਾਂ ਉੱਤੇ ਮੈਨੂੰ ਜ਼ਰੂਰ ਤਰਸ ਆਉਂਦਾ ਹੈ, ਪਰ ਤੇਰਾ ਦੁਸ਼ਟ ਹੰਕਾਰੀ ਖਾਮਦ ਉੱਤੇ ਕੋਈ ਤਰਸ ਨਹੀਂ ਆਉਂਦਾ। ਉਸਨੇ ਹਨੇਰ ਹੀ ਢਾਇਆ ਹੈ। ਉਧਰ ਫੱਤੋ ਤੇ ਉਸਦੇ ਬੱਚਿਆਂ ਵੱਲ ਵੇਖ, ਉਹਨਾਂ ਦਾ ਕੌਣ ਸਾਈਂ ਹੈ। ਫਾਤਮਾ ਬੀਬੀ ਨੇ ਫੱਤੋ ਵੱਲ ਵੇਖਿਆ ਤੇ ਉਸਦੇ ਪੈਰਾਂ ਉੱਤੇ ਡਿੱਗ ਕੇ ਰੋਣ ਲੱਗ ਪਈ। ਫਿਰ ਫੱਤੋ ਤੇ ਫਾਤਮਾ ਬੀਬੀ ਦੋਵੇਂ ਗਲ ਲੱਗ ਗਈਆਂ ਤੇ ਢਾਈਆਂ ਰੋਈਆਂ। ਕੋਲ ਉਹਨਾਂ ਦੇ ਛੋਟੇ ਬੱਚੇ ਉਹਨਾਂ ਨੂੰ ਵੇਖ ਕੇ ਰੋ ਰਹੇ ਸਨ। ਇਹ ਹਾਲਾਤ ਵੇਖ ਕੇ ਸਰਦਾਰ ਦੀਆਂ ਅੱਖਾਂ ਵਿੱਚ ਹੰਝੂ ਚੱਲਣ ਲੱਗ ਪਏ। ਸਰਦਾਰ ਨੇ ਹੋਰ ਵੀ ਤੀਵੀਆਂ ਨੂੰ ਸੱਦ ਕੇ ਉਹਨਾਂ ਦੋਹਾਂ ਨੂੰ ਚੁੱਪ ਕਰਵਾਉਣ ਲਈ ਕਿਹਾ, ਪਰ ਜਿਹੜੀ ਤੀਵੀਂ ਆਵੇ ਉਹਨਾਂ ਦੀ ਹਾਲਤ ਵੇਖ ਕੇ ਉਹ ਵੀ ਰੋਣ ਲੱਗ ਜਾਵੇ। ਕਿਤਨਾ ਚਿਰ ਉੱਥੇ ਰੋਣਾ ਪਿਆ ਰਿਹਾ। ਆਖਰ ਸਰਦਾਰ ਦੇ ਮੁੜ ਕਹਿਣ ਉੱਤੇ ਤੀਵੀਆਂ ਨੇ ਚੁੱਪ ਕੀਤਾ ਤੇ ਫਿਰ ਫੱਤੋ ਤੇ ਫਾਤਮਾ ਬੀਬੀ ਨੂੰ ਵੀ ਚੁੱਪ ਕਰਾਇਆ। ਸਰਦਾਰ ਨੇ ਕਿਹਾ, ਫੱਤੋ ਤੂੰ ਮੇਰੀ ਗੱਲ ਹੌਸਲੇ ਨਾਲ ਸੁਣ। ਫਾਤਮਾ ਬੀਬੀ ਤੂੰ ਵੀ ਸਬਰ ਰੱਖ। ਫੱਤੋ, ਅਹਿਮਦ ਸ਼ਾਹ ਦੀ ਜਾਨ ਤੇਰੇ ਹੱਥ ਹੈ। ਇਸ ਨੇ ਤੇਰੇ ਖਾਮਦ ਨੂੰ ਬੇਦੋਸ਼ਾ ਮਾਰਿਆ ਹੈ। ਤੂੰ ਹੁਣ ਜਿਸ ਤਰ੍ਹਾਂ ਜੀ ਚਾਹੇ ਇਸ ਨੂੰ ਮਾਰ, ਭਾਵੇਂ ਇਸ ਨੂੰ ਕੁੱਤਿਆਂ ਤੋਂ ਖਵਾ ਤੇ ਭਾਵੇਂ ਇਸ ਦਾ ਬੰਦ ਚੀਰ ਦੇ। ਇਹ ਸੁਣ ਕੇ ਫਾਤਮਾ ਬੀਬੀ ਫਿਰ ਫੱਤੋ ਦੇ ਪੈਰਾਂ ਉੱਤੇ ਡਿੱਗ ਪਈ। ਇਹ ਵੱਡਾ ਦੋਸ਼ੀ ਹੈ। ਸਰਦਾਰ ਨੇ ਹੱਥ ਜੋੜ ਲਏ। ਵੇਖ ਫੱਤੋ, ਮੈਨੂੰ ਫਾਤਮਾ ਬੀਬੀ ਉੱਤੇ ਤੇ ਬੱਚਿਆਂ ਉੱਤੇ ਤਰਸ ਆਉਂਦਾ ਹੈ। ਤੂੰ ਮੈਨੂੰ ਅਹਿਮਦ ਸ਼ਾਹ ਮੁੱਲ ਦੇ। ਜਿਤਨਾ ਤੂੰ ਮੁੱਲ ਮੰਗੇਗੀ ਮੈਂ ਦਿਆਂਗਾ। ਨਾਲੇ ਤੇਰੇ ਬੱਚਿਆਂ ਦੀ ਪਾਲਣਾ ਵੀ ਹੋ ਜਾਵੇਗੀ ਤੇ ਨਾਲੇ ਫਾਤਮਾ ਬੀਬੀ ਦੇ ਬੱਚੇ ਬਚ ਜਾਣਗੇ। ਤੂੰ ਰੰਡੀ ਹੋ ਗਈ ਹੈ, ਤੇਰੇ ਬੱਚੇ ਯਤੀਮ ਹੋ ਗਏ ਹਨ। ਕੀ ਤੂੰ ਹੁਣ ਇੱਕ ਹੋਰ ਰੰਡੀ ਕਰੇਗੀ ਤੇ 2 ਬੱਚਿਆਂ ਦੇ ਯਤੀਮ ਕਰੇਗੀ? ਜਿਸ ਤਰ੍ਹਾਂ ਤੇਰੀ ਮਰਜ਼ੀ। ਵੇਖ ਉਸ ਖੁਦਾ ਵੱਲ, ਉਹ ਰਹੀਮ ਹੈ, ਬੁਰਿਆਂ ਉੱਤੇ ਵੀ ਰਹਿਮ ਕਰਦਾ ਹੈ। ਤੂੰ ਅਹਿਮਦ ਸ਼ਾਹ ਬੁਰੇ ਉੱਤੇ ਰਹਿਮ ਨਾ ਕਰ, ਪਰ ਫਾਤਮਾ ਬੀਬੀ ਉਸਦੇ ਬੱਚਿਆਂ ਉੱਤੇ ਰਹਿਮ ਕਰ। ਜੇ ਤੂੰ ਖਾਮਦ ਦਾ ਬਦਲਾ ਜ਼ਰੂਰ ਹੀ ਲੈਣਾ ਹੈ ਤਾਂ ਅਹਿਮਦ ਸ਼ਾਹ ਦੀ ਗਰਦਨ ਫੜ ਕੇ ਸਰਦਾਰ ਨੇ ਉਸਦਾ ਸਿਰ ਫੱਤੋ ਦੇ ਪੈਰਾਂ ਉੱਤੇ ਰੱਖ ਦਿੱਤਾ। ਅਹਿਮਦ ਸ਼ਾਹ ਦਾ ਸਿਰ ਤੇਰੇ ਹਵਾਲੇ ਹੈ। ਹੁਣ ਅਹਿਮਦ ਸ਼ਾਹ ਵੀ ਰੋ ਪਿਆ ਤੇ ਸਾਰਾ ਟੱਬਰ ਰੋਣ ਟਹਿ ਪਿਆ। ਫੱਤੋ ਵੀ ਰੋ ਰਹੀ ਸੀ। ਜਰਾ ਸਹਾਰਾ ਕਰਕੇ ਫੱਤੋ ਨੇ ਕਿਹਾ, ਮੈਂ ਕੀ ਕਹਾਂ, ਮੈਨੂੰ ਦੁੱਖ ਤਾਂ ਬਹੁਤ ਹੈ, ਪਰ ਫਾਤਮਾ ਬੀਬੀ ਅਤੇ ਉਸਦੇ ਬੱਚਿਆਂ ਉੱਤੇ ਵੀ ਤਰਸ ਆਉਂਦਾ ਹੈ। ਮੈਂ ਅਹਿਮਦ ਸ਼ਾਹ ਦਾ ਸਿਰ ਇਹਨਾਂ ਨੂੰ ਬਖਸ਼ਦੀ ਹਾਂ। ਸਰਦਾਰ ਨੇ ਝੱਟ ਕਿਹਾ, ਨਹੀਂ,
तेरा काम बख्श करना नहीं है। तू ਤਾਂ ਇਤਨੀ ਹੀ ਬਖਸ਼ ਕਰ ਸਕਦੀ ਹੈ ਕਿ ਅਹਿਮਦ ਸ਼ਾਹ ਦਾ ਸਿਰ ਮੇਰੇ ਕੋਲ ਵੇਚ ਦੇਵੇਂ। ਮੈਂ ਇੱਥੋਂ ਦਾ ਹਾਕਮ ਹਾਂ ਤੇ ਮੈਂ ਵੇਖਣਾ ਹੈ ਕਿ ਇਸ ਤਰ੍ਹਾਂ ਦੇ ਕਾਰੇ ਮੁੜ ਨਾ ਹੋਣ। ਤੂੰ ਅਹਿਮਦ ਸ਼ਾਹ ਦਾ ਸਿਰ ਮੇਰੇ ਕੋਲ ਵੇਚ ਦੇ ਤੇ ਮੈਂ ਅੱਗੋਂ ਜਾਣਾ ਅਤੇ ਅਹਿਮਦ ਸ਼ਾਹ ਜਾਣੇ। ਕਰ ਮੁੱਲ ਕੀ ਕਰਦੀ ਹੈ। ਫੱਤੋ ਨੇ 500 ਰੁਪਇਆ ਮੁੱਲ ਕੀਤਾ। ਸਰਦਾਰ ਨੇ 500 ਰੁਪਇਆ ਦੇਣਾ ਮੰਨ ਲਿਆ ਅਤੇ ਕਿਹਾ ਕਿ ਇਸ ਦੇ ਨਾਲ ਤੇਰੇ ਬੱਚੇ ਪਲ ਜਾਣਗੇ। ਫਿਰ ਸਰਦਾਰ ਨੇ ਅਹਿਮਦ ਸ਼ਾਹ ਤੇ ਨੂਰ ਸ਼ਾਹ ਦੋਹਾਂ ਨੂੰ ਦਰਖਤ ਨਾਲ ਬੰਨ੍ਹ ਦਿੱਤਾ ਤੇ 20-20 ਕੋੜੇ ਮਰਵਾਏ। ਦੋਵੇਂ ਬੇਹਾਲ ਹੋ ਗਏ। ਨੂਰ ਸ਼ਾਹ ਲਈ ਤਾਂ ਇਤਨੀ ਸਜ਼ਾ ਕਾਫੀ ਸਮਝੀ ਤੇ ਉਸ ਨੂੰ ਛੱਡ ਦਿੱਤਾ। ਸਰਦਾਰ ਨੇ 2 ਘੋੜ ਚੜੇ ਉਸ ਮੋਹੜੇ ਵਿੱਚ ਛੱਡਤੇ ਤੇ ਕਿਹਾ ਕਿ ਅਹਿਮਦ ਸ਼ਾਹ ਤੋਂ ਦਿਨੇ ਸਾਰੇ ਨਾਈਆਂ ਦੇ ਘਰਾਂ ਵਿੱਚ ਝਾੜੂ ਦਵਾਇਆ ਕਰੋ। ਸ਼ਾਮ ਨੂੰ ਜਿਤਨੇ ਕੋੜੇ ਚੱਲ ਸਕੇ ਮਾਰਿਆ ਕਰੋ, ਪਰ 20 ਤੋਂ ਵੱਧ ਕਦੀ ਨਾ ਮਾਰਨਾ। ਇਸ ਤਰ੍ਹਾਂ 1 ਮਹੀਨਾ ਇਸ ਨਾਲ ਕਰੋ। ਇਸ ਨੂੰ ਕੋੜੇ ਖਾਂਦੇ ਵੇਖਣ ਲਈ ਸਾਰੇ ਸੱਜਦ ਸ਼ਾਮ ਨੂੰ ਇੱਥੇ ਆਇਆ ਕਰਨ, ਪਰ ਫਾਤਮਾ ਬੀਬੀ ਉਸਦੇ ਬੱਚੇ 1 ਮਹੀਨਾ ਉੱਕਾ ਹੀ ਇਸ ਮੋਹੜੇ ਵਿੱਚ ਨਾ ਆਉਣ। ਸੱਜਦ ਆ ਕੇ ਪੁੰਜੇ ਬੈਠਿਆ ਕਰਨ। ਮਹੀਨਾ ਪਰ ਇਸੇ ਤਰ੍ਹਾਂ ਹੁੰਦਾ ਰਿਹਾ। ਮਹੀਨੇ ਮਗਰੋਂ ਸਰਦਾਰ ਨੇ ਆਪ ਆ ਕੇ 1 ਜੋੜਾ ਕੱਪੜਿਆਂ ਦਾ ਤੇ 5 ਰੁਪਏ ਫੱਤੋ ਨੂੰ ਦਿੱਤੇ। 500 ਰੁਪਇਆ ਫੱਤੋ ਨੂੰ ਪਹਿਲਾਂ ਮਿਲ ਚੁੱਕਾ ਸੀ ਤੇ ਸਾਰੇ ਸਜਦਾ ਨੇ ਨਾਈਆਂ ਨੂੰ ਇਕੱਠੇ ਕਰਕੇ ਕਿਹਾ, ਵੇਖੋ ਖਾਲਸਾ ਰਾਜ ਵਿੱਚ ਸਭ ਅਮੀਰ ਗਰੀਬ ਬਰਾਬਰ ਹਨ। ਕੋਈ ਜਾਤ ਉੱਚੀ ਨਹੀਂ ਤੇ ਕੋਈ ਨੀਵੀਂ ਨਹੀਂ। ਜੋ ਕੋਈ ਕਿਸ ਉੱਤੇ ਜ਼ੁਲਮ ਕਰੇਗਾ ਉਸ ਦਾ ਬੁਰਾ ਹਾਲ ਹੋਵੇਗਾ। ਅਹਿਮਦ ਸ਼ਾਹ ਦੇ ਬਖਸ਼ੇ ਜਾਣ ਨੂੰ ਉਲਟਾ ਨਾ ਸਮਝਣਾ। ਇਹ ਤਾਂ ਤੁਸਾਂ ਖਾਲਸੇ ਦੀ ਮਿਹਰ ਵੇਖੀ ਹੈ, ਕਿਧਰੇ ਖਾਲਸੇ ਦਾ ਕਹਿਰ ਵੇਖਣਾ ਤੁਹਾਨੂੰ ਨਾ ਪਵੇ। ਅਹਿਮਦ ਸ਼ਾਹ ਹੁਣ ਘਰ ਜਾਵੇ, ਪਰ ਸਾਲ ਭਰ ਰੋਜ਼ ਰਾਤ ਨੂੰ ਜਾ ਕੇ ਘਸੀਟੇ ਦੀ ਕਬਰ ਉੱਤੇ ਦੀਵਾ ਜਗਾਇਆ ਕਰੇ। ਅਹਿਮਦ ਸ਼ਾਹ ਹੁਣ ਘਰ ਜਾਵੇ, ਪਰ ਸਾਲ ਭਰ ਰੋਜ਼ ਰਾਤ ਨੂੰ ਜਾ ਕੇ ਘਸੀਟੇ ਦੀ ਕਬਰ ਉੱਤੇ ਦੀਵਾ ਜਗਾਇਆ ਕਰੇ ਅਤੇ ਆਪਣੇ ਗੁਨਾਹ ਤੋਂ ਤੌਬਾ ਕਰਦਾ ਆਇਆ ਉਸ ਦੀ ਬਖਸ਼ ਮੰਗਿਆ ਕਰੇ। ਇਸੇ ਤਰ੍ਹਾਂ ਸਰਦਾਰ ਨੇ 2 ਘਰਾਣੇ ਬਚਾਏ ਤੇ ਨਾਲ ਸਜਦਾ ਨੂੰ ਅੱਗੇ ਲਈ ਕੰਨ ਕਰ ਦਿੱਤੇ। ਤੁਰਨ ਲੱਗਿਆ ਸਰਦਾਰ ਨੇ ਅਹਿਮਦ ਸ਼ਾਹ ਤੇ ਨੂਰ ਸ਼ਾਹ ਨੂੰ ਅਡਰੇ ਕਰਕੇ ਉਹਨਾਂ ਨਾਲ ਚੋਖਾ ਚਿਰ ਗੱਲਬਾਤ ਕੀਤੀ। ਮੈਂ ਬਾਬਾ ਫਿਰ ਨੂਰ ਸ਼ਾਹ ਤੇ ਅਹਿਮਦ ਸ਼ਾਹ ਦੀ ਕੀ ਹਾਲਤ ਰਹੀ? ਬਾਬਾ ਇਹ ਦੋਵੇਂ ਭਰਾ ਫੱਤੋ ਦਾ ਪਾਣੀ ਭਰਦੇ ਰਹੇ। ਸਰਦਾਰ ਨੇ 500 ਰੁਪਏ ਦੀ ਜ਼ਮੀਨ ਫੱਤੋ ਨੂੰ ਲੈ ਦਿੱਤੀ। ਉਸ ਜ਼ਮੀਨ ਦੀ ਵਾਹੀ ਵੇਲੇ ਇਹ ਦੋਵੇਂ ਭਰਾ ਆਪ ਫੱਤੋ ਦੀ ਮਦਦ ਦਿੰਦੇ ਸਨ ਅਤੇ ਹੋਰ ਜੋਤਰੇ ਵੀ ਲਵਾ ਦਿੰਦੇ ਸਨ। ਹੁਣ ਘਸੀਟੇ ਦਾ ਪੋਤਰਾ ਦਿੱਤਾ ਹੈ ਤੇ ਉਸ ਕੋਲ ਜਿਤਨੀ ਜ਼ਮੀਨ ਹੈ ਉਹ ਸਰਦਾਰ ਦੀ ਦਿੱਤੀ ਹੋਈ ਹੈ। ਮੈਂ ਸਰਦਾਰ ਨਾਲ ਇਹਨਾਂ ਭਰਾਵਾਂ ਦਾ ਕੀ ਵਤੀਰਾ ਰਿਹਾ? ਬਾਬਾ ਮੈਂ ਸਰਦਾਰ ਇਹਨਾਂ ਭਰਾਵਾਂ ਦਾ ਸਰਦਾਰ ਨਾਲ ਕੀ ਵਤੀਰਾ ਰਿਹਾ? ਬਾਬਾ ਸਾਲ ਮਗਰੋਂ ਸਰਦਾਰ ਨੇ ਅਟਾਰੀਓਂ ਸੁਨੇਹਾ ਘੱਲਿਆ ਸੀ ਕਿ ਅਹਿਮਦ ਸ਼ਾਹ ਤਾਂ ਮੇਰਾ ਮੁੱਲ ਲਿਆ ਹੋਇਆ ਹੈ, ਉਹ ਤਾਂ ਜ਼ਰੂਰ ਅਟਾਰੀ ਆਵੇ ਅਤੇ ਨੂਰ ਸ਼ਾਹ ਨੂੰ ਜੇ ਵੇਲ ਹੋਵੇ ਤਾਂ ਉਹ ਵੀ ਆਵੇ। ਇਹਨਾਂ ਸੁਨੇਹਾ ਮਿਲਣ ਤੇ ਦੋਵੇਂ ਭਰਾ ਅਟਾਰੀ ਪੁੱਜੇ ਤੇ ਸਰਦਾਰ ਦੇ ਪੈਰੀਂ ਜਾ ਡਿੱਗੇ। ਸਰਦਾਰ ਨੇ ਇਹਨਾਂ ਦਾ ਬੜਾ ਆਦਰ ਮਾਣ ਕੀਤਾ ਤੇ ਕਿਹਾ, ਮੈਨੂੰ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਦੋਵੇਂ ਬੜੀ ਭਲੀਮਾਨਸੀ ਨਾਲ ਵਰਤਦੇ ਹੋ ਤੇ ਫੱਤੋ ਦੀ ਤੁਸੀਂ ਬੜੀ ਸੇਵਾ ਕਰਦੇ ਹੋ। ਤੁਸੀਂ ਮੇਰੇ ਕਹਿਣੇ ਨੂੰ ਪੂਰੀ ਤਰ੍ਹਾਂ ਮੰਨਿਆ ਹੈ। ਅੱਗੋਂ ਵੀ ਚੇਤਾ ਰੱਖੋ ਕਿ ਆਪ ਅਮਨ ਨਾਲ ਰਹੋ ਤੇ ਦੂਜਿਆਂ ਨੂੰ ਅਮਨ ਨਾਲ ਰਹਿਣ ਲਈ ਕਹੋ। ਸਭ ਲੋਕੀ ਉਸੇ ਖੁਦਾ ਦੇ ਬੰਦੇ ਹਨ ਤੇ ਜੋ ਖੁਦਾ ਦੇ ਕਿਸੇ ਬੰਦੇ ਨੂੰ ਦਿਖਾਉਂਦਾ ਹੈ ਉਸ ਉੱਤੇ ਖੁਦਾ ਦਾ ਖਾਲਸਾ ਪ੍ਰਸੰਨ ਨਹੀਂ ਹੋ ਸਕਦਾ। ਇਹੋ ਜਿਹੀਆਂ ਨਸੀਹਤਾਂ ਸਰਦਾਰ ਨੇ ਕੀਤੀਆਂ। ਇਹ ਦੋਵੇਂ ਅਹਿਮਦ ਸ਼ਾਹ ਤੇ ਨੂਰ ਸ਼ਾਹ 15-20 ਦਿਨ ਅਟਾਰੀ ਸਰਦਾਰ ਦੇ ਪ੍ਰਾਹੁਣੇ ਰਹੇ ਤੇ ਇਹਨਾਂ ਦੀ ਚੰਗੀ ਖਾਤਰ ਹੁੰਦੀ ਰਹੀ। ਜਦ ਮੁੜੇ ਤਾਂ ਸਰਦਾਰ ਨੇ ਇਹਨਾਂ ਨੂੰ 20-20 ਰੁਪਏ ਦੇ ਕੇ ਇੱਕ ਜੋੜਾ ਕੱਪੜਿਆਂ ਦਾ ਦਿੱਤਾ। ਘਰ ਆ ਕੇ ਇਹ ਸਰਦਾਰ ਦੇ ਗੁਣ ਗਾਉਂਦੇ ਤੇ ਗਰੀਬਾਂ ਦੀ ਮਦਦ ਕਰਦੇ ਰਹੇ। ਮਗਰੋਂ ਅਹਿਮਦ ਸ਼ਾਹ ਨੇ ਕੁਝ ਚਿਰ ਸਰਦਾਰ ਕੋਲ ਨੌਕਰੀ ਵੀ ਕੀਤੀ ਅਤੇ ਹਰ ਵੇਲੇ ਸਰਦਾਰ ਦੇ ਗੁਣ ਗਾਇਆ ਕਰਦਾ ਸੀ। ਜਦ ਸਰਦਾਰ ਸਭਰਾਂ ਵਿੱਚ ਸ਼ਹੀਦ ਹੋਇਆ ਤਾਂ ਇਹਨਾਂ ਭਰਾਵਾਂ ਨੇ ਬੜਾ ਸੋਗ ਕੀਤਾ। ਸਾਰੇ ਸਜਦਾ ਨੇ ਨਾਈਆਂ ਨੇ ਮਸਜਿਦ ਵਿੱਚ ਜਾ ਕੇ ਦੁਆ ਮੰਗੀ। ਸਰਦਾਰ ਦੀ ਸ਼ਹੀਦੀ ਨਿਮਿਤ ਵੱਡੀ ਭਾਰੀ ਖਰਾਇਤ ਕੀਤੀ। ਸਾਰੇ ਤਲੇਗਰੇ ਦੇ ਗਰੀਬ ਗੁਰਬੇ ਨੂੰ ਸੱਦ ਕੇ ਇਹਨਾਂ ਕੜਾਹ ਤੇ ਚੌਲ ਖਵਾਏ ਤੇ ਸਭ ਨੇ ਸਰਦਾਰ ਸ਼ਾਮ ਸਿੰਘ ਲਈ ਦੁਆ ਮੰਗੀ। ਹੁਣ ਉਹਨਾਂ ਦੇ ਪੁੱਤ ਜਿਉਂਦੇ ਹਨ। ਗੁਲਾਬ ਸ਼ਾਹ ਨੂੰ ਤਾਂ ਜਾਣਦਾ ਹੈ, ਉਹ ਜਦ ਮੇਰੇ ਕੋਲ ਆਉਂਦਾ ਹੈ ਤਾਂ ਸਰਦਾਰ ਸ਼ਾਮ ਸਿੰਘ ਦੀਆਂ ਹੀ ਗੱਲਾਂ ਕਰਦਾ ਹੈ। ਕਾਂਡ 3 ਲਾਹੌਰ ਦੀ ਬਾਦਸ਼ਾਹੀ ਡਾਕੂ ਨੇ ਕਿਵੇਂ ਜਿੱਤੀ। ਦੂਜੇ ਦਿਨ ਮੈਂ ਜਾ ਕੇ ਬਾਬੇ ਨੂੰ ਪੁੱਛਿਆ ਕਿ ਸਰਦਾਰ ਨੇ ਇੱਕ ਕਾਤਲ ਨੂੰ ਛੱਡ ਦਿੱਤਾ ਤਾਂ ਕਿ ਮਹਾਰਾਜ ਨੇ ਉਸ ਕੋਲੋਂ ਕੁਝ ਨਾ ਪੁੱਛਿਆ ਜਾਂ ਕਿ ਮਹਾਰਾਜ ਨੂੰ ਇਸ ਗੱਲ ਦੀ ਖਬਰ ਹੀ ਨਾ ਹੋਈ। ਬਾਬਾ ਕਹਿਣ ਲੱਗਾ ਕਿ ਮਹਾਰਾਜ ਆਪ ਇਸੇ ਤਰ੍ਹਾਂ ਕਰਦਾ ਸੀ। ਉਸਨੇ ਸਰਦਾਰ ਕੋਲੋਂ ਕੀ ਪੁੱਛਣਾ ਸੀ? ਮਹਾਰਾਜ ਵਾਹ ਲੱਗਦੀ ਕਿਸੇ ਨੂੰ ਫਾਂਸੀ ਨਹੀਂ ਸੀ ਚੜਾਉਂਦਾ। ਮੈਂ ਤੈਨੂੰ ਮਹਾਰਾਜ ਦੀ ਆਪਣੀ ਗੱਲ ਸੁਣਾਉਂਦਾ ਹਾਂ। ਕੁਝ ਸਾਲ ਹੋਏ ਹਨ, ਇਲਾਕਾ ਮਾਝਾ ਵਿੱਚ ਇੱਕ ਵੱਡਾ ਡਾਕੂ ਉੱਠਿਆ ਸੀ। ਇਸ ਦਾ ਨਾਮ ਮਾਨ ਸਿੰਘ ਸੀ ਤੇ ਇਸ ਦੇ ਦੂਰ ਦੂਰ ਇਲਾਕਿਆਂ ਤੱਕ ਡਾਕੇ ਮਾਰੇ ਸਨ, ਪਰ ਲਾਹੌਰ ਦੇ ਦੁਆਲੇ ਤਾਂ ਇਸਨੇ ਆਖਰ ਲਿਆ ਦਿੱਤੀ ਸੀ। ਉਸ ਵੇਲੇ ਲਾਹੌਰ ਦੇ ਲਾਗੇ ਹੀ ਵੀ ਜੰਗਲ ਸਨ। ਇਹ ਡਾਕੂ ਤੇ ਇਸ ਦੇ ਸਾਥੀ ਘੋੜਿਆਂ ਉੱਤੇ ਚੜ੍ਹ ਕੇ ਡਾਕੇ ਮਾਰਨ ਜਾਇਆ ਕਰਦੇ ਸਨ। ਇਹ ਕੋਈ 50-60 ਸਵਾਰ ਸਨ ਤੇ ਜਿੱਥੇ ਪੈਂਦੇ ਸਨ ਸਾਰੇ ਪਿੰਡ ਨੂੰ ਘੇਰ ਕੇ ਵਿੱਚੋਂ ਸ਼ਾਹੂਕਾਰਾਂ ਨੂੰ ਲੁੱਟ ਲੈਂਦੇ ਸਨ। ਇਹ ਮਾਨ ਸਿੰਘ ਤੇ ਇਸ ਦੇ ਸਾਥੀ ਬੜੇ ਦਲੇਰ ਸਨ ਤੇ ਇਹਨਾਂ ਦਾ ਧੰਮਾ ਖੂਬ ਬੈਠ ਗਿਆ ਸੀ। ਕੋਈ ਪਿੰਡ ਇਹਨਾਂ ਦੇ ਟਾਕਰੇ ਦਾ ਹੌਸਲਾ ਨਹੀਂ ਸੀ ਕਰਦਾ। ਦਿਨੇ ਇਹ ਦੂਰ ਨੇੜੇ ਦੇ ਜੰਗਲ ਵਿੱਚ ਲੁਕ ਜਾਂਦੇ ਸਨ ਤੇ ਦਾ ਪਾ ਕੇ ਪਿਆ ਕਰਦੇ ਸਨ। ਇਸ ਦਾ ਡਰ ਇੱਥੋਂ ਤੱਕ ਵੱਧ ਗਿਆ ਸੀ ਕਿ ਲਾਹੌਰ ਸ਼ਹਿਰ ਵਿੱਚ ਲੋਕੀ ਕਿਹਾ ਕਰਦੇ ਸਨ ਕਿ ਦਿਨੇ ਰਾਜ ਕਾਣੇ ਦਾ ਤੇ ਰਾਤ ਨੂੰ ਰਾਜ ਮਾਣੇ ਦਾ। ਪਰ ਮਹਾਰਾਜ ਦਾ ਹੁਕਮ ਇਹ ਸੀ ਕਿ ਇਸ ਮਾਨ ਸਿੰਘ ਨੂੰ ਜਿਉਂਦਾ ਪਕੜਿਆ ਜਾਵੇ ਤੇ ਇਸ ਨੂੰ ਮਾਰੇ ਕੋਈ ਨਾ।
ਇਸੇ ਕਰਕੇ ਹੋਰ ਵੀ ਔਖ ਵੱਧ ਗਿਆ ਸੀ। ਭਲਾ ਇਸ ਸ਼ੇਰ ਬੱਬਰ ਨੂੰ ਜਿਉਂਦਾ ਕਿਸ ਤਰ੍ਹਾਂ ਕੋਈ ਪਕੜੇ। ਆਖਰ ਮਹਾਰਾਜ ਤੰਗ ਆ ਗਿਆ ਤੇ ਉਸ ਹੋਕਰਾ ਕਰ ਦਿੱਤਾ ਕਿ ਜੇ ਕੋਈ ਮਾਨ ਸਿੰਘ ਨੂੰ ਜਿਉਂਦਾ ਪਕੜੇਗਾ ਉਸ ਨੂੰ ਮੈਂ 2 ਪਿੰਡ ਇਨਾਮ ਦੇਵਾਂਗਾ। ਦੂਜੇ ਦਿਨ ਲਾਹੌਰ ਦੀਆਂ ਕੰਧਾਂ ਉੱਤੇ ਇੱਕ ਇਸ਼ਤਿਹਾਰ ਮਾਨ ਸਿੰਘ ਵੱਲੋਂ ਲੱਗਾ ਹੋਇਆ ਸੀ, ਜਿਸ ਵਿੱਚ ਉਸ ਕਿਹਾ ਸੀ ਕਿ ਜੋ ਕੋਈ ਮੈਨੂੰ ਜਿਉਂਦਾ ਪਕੜੇਗਾ ਮੈਂ ਉਸ ਨੂੰ ਲਾਹੌਰ ਦੀ ਬਾਦਸ਼ਾਹੀ ਦੇ ਦੇਵਾਂਗਾ। ਇਸ ਡਾਕੂ ਦੀ ਦਲੇਰੀ ਤੇ ਮਖੌਲ ਉੱਤੇ ਮਹਾਰਾਜ ਨੂੰ ਤਮਕ ਲੱਗੀ। ਮਹਾਰਾਜ ਸੂਝ ਛੱਡੇ। 2-3 ਦਿਨ ਮਗਰੋਂ ਮਹਾਰਾਜ ਨੇ 12 ਸਵਾਰ ਨਾਲ ਲਏ ਤੇ ਰਾਤ ਨੂੰ ਚੁੱਪ ਕੀਤਾ ਹੀ ਸ਼ਹਿਰ ਵਿੱਚੋਂ ਨਿਕਲ ਗਿਆ। ਕਾਹਨੇ ਲਾਗੇ ਉਸ ਨੂੰ ਡਾਕੂਆਂ ਦਾ ਜੱਥਾ ਮਿਲ ਪਿਆ ਤੇ ਮਾਨ ਸਿੰਘ ਨੇ ਲਲਕਾਰ ਕੇ ਕਿਹਾ, ਕਿਹੜੇ ਹੋ ਜਾਂਦੇ, ਖੜੇ ਹੋ ਜਾਓ, ਘੋੜਿਆਂ ਉੱਤੋਂ ਉਤਰ ਪਾਓ। ਅੱਗੋਂ ਮਹਾਰਾਜ ਨੇ ਕਿਹਾ, ਇੱਥੇ ਤੀਵੀਆਂ ਵੰਗਾਂ ਪਾਈ ਨਹੀਂ ਖੜੀਆਂ। ਕਿਹੜਾ ਬਹਾਦਰ ਹੈ ਜੋ ਇਸ ਤਰ੍ਹਾਂ ਵੰਗਾਰਦਾ ਹੈ। ਬਹੁਤੀ ਗਿਣਤੀ ਦੇ ਘਮੰਡ ਉੱਤੇ ਆਕੜ ਕਰਨਾ ਕਿਹੜੀ ਬਹਾਦਰੀ ਹੈ। ਇਹ ਸੁਣ ਕੇ ਮਾਨ ਸਿੰਘ ਨੇ ਆਖਿਆ, ਕਿਹੜਾ ਹੈ ਇਸ ਤਰ੍ਹਾਂ ਦਾ ਘਮੰਡ ਕਰਦਾ, ਆ ਇਕੱਲਾ ਹੱਥ ਵੇਖ ਲੈ। ਮਹਾਰਾਜ ਬੜਾ ਸ਼ੋਹਲਾ ਪਲੱਥੇਬਾਜ਼ ਸੀ। ਉਹ ਤਾਂ ਚਾਹੁੰਦਾ ਵੀ ਇਹੋ ਸੀ ਤੇ ਇਸੇ ਕਰਕੇ ਉਸਨੇ ਡਾਕੂ ਨੂੰ ਧਮਕ ਮਾਰੀ ਸੀ। ਬਸ ਫੈਸਲਾ ਹੋ ਗਿਆ ਕਿ ਦੋਹਾਂ ਧਿਰਾਂ ਦੇ ਬਾਕੀ ਜਵਾਨ ਪਰੇ ਹੋ ਕੇ ਖੜੇ ਹੋ ਜਾਣ ਤੇ ਇਹ ਦੋਵੇਂ ਜਥੇਦਾਰ ਮੈਦਾਨ ਵਿੱਚ ਨਿਤਰਨ। ਰਾਤ ਚਾਨਣੀ ਸੀ ਤੇ ਚੰਦ ਦੇ ਚਾਨਣੇ ਵਿੱਚ ਦੋਵੇਂ ਜਵਾਨ ਨਿੱਤਰ ਪਏ। ਡਾਕੂ ਸੋਹਣਾ ਜਵਾਨ ਸ਼ੋਹਲਾ ਸੀ, ਪਰ ਨਾਲ ਹੀ ਉਸਨੂੰ ਆਕੜ ਸੀ ਕਿ ਉਸਦੇ ਨਾਲ ਇਕੱਲਾ ਕੋਈ ਲੜ ਨਹੀਂ ਸਕਦਾ। ਮਹਾਰਾਜ ਬੜਾ ਸ਼ੋਹਲਾ ਤੇ ਉਸਤਾਦ ਸੀ ਅਤੇ ਹੌਸਲੇ ਤੇ ਸ਼ਾਂਤੀ ਨਾਲ ਲੜਨ ਵਾਲਾ ਸੀ। 2-4 ਘੜੀਆਂ ਖੂਬ ਵਾਰ ਹੁੰਦੇ ਰਹੇ। ਡਾਕੂ ਭੈੜਾ ਪੈ ਗਿਆ ਤੇ ਖਿੱਚ ਕੇ ਮਹਾਰਾਜ ਵੱਲ ਲਪਕਿਆ। ਅੱਗੋਂ ਮਹਾਰਾਜ ਉਸਤਾਦ ਸੀ। ਉਹ ਵਾਰ ਰੋਕ ਕੇ ਪਿੱਛੇ ਹਟਿਆ ਤੇ ਨਾਲ ਹੀ ਹੱਸ ਪਿਆ। ਇਸ ਹਾਸੇ ਨਾਲ ਡਾਕੂ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਛੇਤੀ ਤਲਵਾਰ ਵਾਹੀ, ਜਿਸ ਕਰਕੇ ਉਹ ਹੱਫ ਗਿਆ। ਡਾਕੂ ਨੂੰ ਹਫਿਆ ਵੇਖ ਕੇ ਮਹਾਰਾਜ ਨੇ ਧਾਵਾ ਕੀਤਾ। ਡਾਕੂ ਪਿੱਛੇ ਹਟਿਆ ਤੇ ਮਹਾਰਾਜ ਨੇ ਦਾ ਫੱਬਿਆ ਵੇਖ ਕੇ ਕਾਂ ਦੀ ਝਪਟ ਮਾਰੀ। ਕਾਂ ਦੀ ਝਪਟ ਇਹ ਇੱਕ ਪਲੱਥੇਬਾਜ਼ੀ ਦਾ ਦਾ ਹੈ ਜੋ ਕਿਸੇ ਵਿਰਲੇ ਨੂੰ ਹੀ ਆਉਂਦਾ ਹੈ। ਇਸ ਨਾਲ ਦੂਜੇ ਦੇ ਹੱਥ ਵਿੱਚੋਂ ਤਲਵਾਰ ਕੱਢ ਲਈ ਜਾਂਦੀ ਹੈ। ਡਾਕੂ ਦੇ ਹੱਥ ਵਿੱਚੋਂ ਤਲਵਾਰ ਡਿੱਗ ਪਈ। ਮਹਾਰਾਜ ਨੇ ਝੱਟ ਡਾਕੂ ਨੂੰ ਜੱਫਾ ਪਾ ਕੇ ਡੇਗ ਲਿਆ ਤੇ ਛਾਤੀ ਉੱਤੇ ਬਹਿ ਕੇ ਕਹਿਣ ਲੱਗਾ ਕਿ ਚੱਲ ਮੈਨੂੰ ਹੁਣ ਲਾਹੌਰ ਦੀ ਬਾਦਸ਼ਾਹੀ ਦੇ। ਡਾਕੂ ਵੀ ਬਹਾਦਰ ਸੀ। ਉਸਨੇ ਬਹਾਦਰਾਂ ਵਾਂਗੂ ਆਪਣੀ ਹਾਰ ਮੰਨੀ ਤੇ ਕਹਿਣ ਲੱਗਾ ਕਿ ਚੱਲ ਦੋਵੇਂ ਲਾਹੌਰ ਚੱਲਦੇ ਹਾਂ, ਪਰ ਕਾਣੇ ਦਾ ਰਾਜ ਪੱਕਾ ਬੜਾ ਹੈ। ਮੈਂ ਹੁਣ ਬਚਨ ਤੋਂ ਨਹੀਂ ਹਾਰਨਾ, ਉੱਥੇ ਚੱਲ ਕੇ ਜਾਨ ਦੇ ਦੇਣੀ ਹੈ। ਮੈਂ ਤਾਂ ਸਮਝਿਆ ਸੀ ਕਿ ਮੈਨੂੰ ਜਿਉਂਦਾ ਕਿਸ ਤਰ੍ਹਾਂ ਕੋਈ ਪਕੜ ਸਕਦਾ ਹੈ ਜਦ ਮੈਂ ਲੜ ਕੇ ਮਰ ਜਾਣਾ ਹੋਇਆ, ਪਰ ਤੂੰ ਕੋਈ ਡਾਢਾ ਪਲੱਥੇਬਾਜ਼ ਹੈ। ਤੂੰ ਖੂਬ ਮੇਰੇ ਹੱਥ ਤਲਵਾਰ ਕੱਢੀ ਹੈ। ਆਖਰ ਫੈਸਲਾ ਹੋ ਗਿਆ। ਦੋਵੇਂ ਜਥੇਦਾਰ ਸਣੇ ਜਥਿਆਂ ਦੇ ਲਾਹੌਰ ਵੱਲ ਵਧੇ। ਅੱਗੇ ਦੋਵੇਂ ਜਥੇਦਾਰ ਸਨ। ਜਦ ਕਿਲੇ ਲਾਗੇ ਪੁੱਜੇ ਤਾਂ ਡਾਕੂ ਨੇ ਕਿਹਾ, ਹੁਣ ਸੰਭਲ ਕੇ ਵਧੀਏ, ਹੋਰ ਨਹੀਂ ਤਾਂ ਹਾਥੀ ਚੰਗੇ ਵਿਖਾਈਏ। ਅੱਗੋਂ ਮਹਾਰਾਜ ਨੇ ਕਿਹਾ, ਇਹ ਤੂੰ ਮੇਰੇ ਉੱਤੇ ਰਹਿਣ ਦੇ। ਅੱਗੇ ਇੱਕ ਹੱਥ ਤੈਨੂੰ ਵਿਖਾਇਆ ਹੈ, ਹੁਣ ਉਸ ਤੋਂ ਵੀ ਵਧੀਆ ਹੱਥ ਵਿਖਾਵਾਂਗਾ। ਮਹਾਰਾਜ ਤੇ ਡਾਕੂ ਦੋਵੇਂ ਅੱਗੇ ਸਨ। ਜਦ ਉਹ ਅੱਗੇ ਵਧੇ ਤਾਂ ਅੱਗੋਂ ਪਹਿਰੇ ਵਾਲੇ ਨੇ ਆਵਾਜ਼ ਮਾਰੀ, ਖਬਰਦਾਰ ਕੌਣ ਹੈ। ਮਹਾਰਾਜ ਨੇ ਆਪਣੇ ਸਵਾਰਾਂ ਵਿੱਚੋਂ ਇੱਕ ਨੂੰ ਇਸ਼ਾਰਾ ਕੀਤਾ ਤੇ ਉਸਨੇ ਅੱਗੇ ਹੋ ਕੇ ਪਹਿਰੇਦਾਰ ਨੂੰ ਉਸੇ ਰਾਹ ਤੇ ਲਈ ਮੁਕਰਰ ਲਫ਼ਜ਼ ਕਿਹਾ। ਪਹਿਰੇਦਾਰ ਉਸ ਕੋਲ ਪੁੱਜਾ ਤੇ ਉਸਨੇ ਪਹਿਰੇਦਾਰ ਨੂੰ ਹੌਲੀ ਜਿਹੀ ਕੁਝ ਕਿਹਾ। ਪਹਿਰੇਦਾਰ ਨੇ ਮਹਾਰਾਜ ਵੱਲ ਦੂਰੋਂ ਹੀ ਧਿਆਨ ਲਾ ਕੇ ਵੇਖਿਆ ਤੇ ਭੱਜ ਕੇ ਜਾ ਕੇ ਦਰਵਾਜ਼ਾ ਖੋਲ ਦਿੱਤਾ। ਡਾਕੂ ਕੁਝ ਹੈਰਾਨ ਹੋਇਆ, ਪਰ ਉਸ ਸਮਝਿਆ ਕਿ ਇਹ ਚਲਾਕ ਸਰਦਾਰ ਪਹਿਰੇਦਾਰ ਨਾਲ ਪਹਿਲਾਂ ਹੀ ਮਿਲਿਆ ਹੋਵੇਗਾ। ਡਾਕੂ ਨੂੰ ਨਾਲ ਲੈ ਕੇ ਜਦ ਮਹਾਰਾਜ ਦਰਵਾਜ਼ੇ ਕੋਲ ਪੁੱਜਾ ਤਾਂ ਪਹਿਰੇਦਾਰ ਨੇ ਝੁੱਕ ਕੇ ਸਲਾਮ ਕੀਤਾ ਤੇ ਸਾਰੀ ਕੰਪਨੀ ਅੰਦਰ ਉੱਠ ਕੇ ਸਲਾਮ ਲਈ ਦਰਵਾਜ਼ੇ ਉੱਤੇ ਪੁੱਜੀ। ਸਭ ਨੇ ਬੜੇ ਅਦਬ ਨਾਲ ਬੰਦੂਕਾਂ ਨੀਵੀਆਂ ਕਰਕੇ ਸਲਾਮ ਕੀਤਾ। ਡਾਕੂ ਹੈਰਾਨ ਹੋਇਆ। ਮਹਾਰਾਜ ਨੇ ਬਾਹਰੋਂ ਪਕੜ ਕੇ ਡਾਕੂ ਨੂੰ ਦਰਵਾਜ਼ੇ ਅੰਦਰ ਕੀਤਾ ਤੇ ਕਿਹਾ, ਚੱਲ ਮੈਂ ਆਪ ਹੀ ਲਾਹੌਰ ਦੀ ਬਾਦਸ਼ਾਹੀ ਵੀ ਲੈ ਲੈਂਦਾ ਹਾਂ, ਤੇਰਾ ਬਚਨ ਵੀ ਪੂਰਾ ਹੋਇਆ। ਇਸ ਤਰ੍ਹਾਂ ਨਾਲ ਇਸ ਡਾਕੂ ਨੂੰ ਪਕੜ ਕੇ ਮਹਾਰਾਜ ਨੇ ਉਸ ਨੂੰ ਸਜ਼ਾ ਕੋਈ ਨਾ ਦਿੱਤੀ, ਸਗੋਂ ਫੌਜ ਵਿੱਚ ਨੌਕਰ ਰੱਖ ਲਿਆ। ਇਹ ਮਾਨ ਸਿੰਘ ਬਹੁਤ ਬਹਾਦਰ ਜਵਾਨ ਸੀ ਤੇ ਸਰਦਾਰ ਹਰੀ ਸਿੰਘ ਨਲੂਏ ਦੀ ਫੌਜ ਵਿੱਚ ਘੱਲ ਦਿੱਤਾ ਗਿਆ ਸੀ। ਇਹ ਬਹਾਦਰੀ ਨਾਲ ਲੜਦਾ ਹੋਇਆ ਮਗਰੋਂ ਹਜ਼ਾਰੇ ਵਿੱਚ ਹੀ ਮਾਰਿਆ ਗਿਆ ਸੀ। ਸੋ ਇਸ ਤਰ੍ਹਾਂ ਮਹਾਰਾਜ ਆਪ ਕਰਦਾ ਸੀ। ਉਸਨੇ ਸਰਦਾਰ ਸ਼ਾਮ ਸਿੰਘ ਨੂੰ ਕੀ ਕਹਿਣਾ ਸੀ। ਮੈਂ ਪੁੱਛਿਆ, ਕੀ ਮਹਾਰਾਜ ਆਪ ਇਤਨਾ ਬਹਾਦਰ ਤੇ ਪਲੱਥੇਬਾਜ਼ ਸੀ? ਬਾਬਾ ਮਹਾਰਾਜਾ ਸਿੰਘਾਂ ਦਾ ਮਹਾਰਾਜਾ ਸੀ, ਹੋਰ ਕੋਈ ਨੰਦਨ ਰੰਡ ਤਾਂ ਨਹੀਂ ਸੀ ਬਿਠਾਈ ਹੋਈ। ਫਿਰ ਬਾਬੇ ਦੂਜੀ ਕਹਾਣੀ ਸ਼ੁਰੂ ਕੀਤੀ। ਇੱਕ ਦਿਨ ਸਰਦਾਰ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ, ਤੇਗਾ ਸਿੰਘ ਇੱਧਰ ਆ, ਤੈਨੂੰ ਤੇਗ ਵਾਹੁਣ ਦੀ ਖੁੱਲ੍ਹ ਦਈਏ। ਮੈਂ ਭੱਜ ਕੇ ਗਿਆ ਤੇ ਕਿਹਾ, ਸਰਦਾਰ ਜੀ ਹੁਕਮ ਕਰੋ। ਅੱਗੋਂ ਸਰਦਾਰ ਨੇ ਹੱਸ ਕੇ ਕਿਹਾ, ਮੈਨੂੰ ਖਬਰ ਮਿਲੀ ਹੈ ਕਿ ਅੱਜ ਰਾਤ ਨੂੰ ਗੜੇ ਵਿੱਚ ਢੇਰੂ ਖੱਤਰੀ ਦੇ ਘਰ ਡਾਕਾ ਪਵੇਗਾ। ਢੇਰੂ ਨੂੰ ਅਜੇ ਤੱਕ ਕੁਝ ਪਤਾ ਨਹੀਂ। ਉਸਦਾ ਨੌਕਰ ਡਾਕੂਆਂ ਨਾਲ ਰਲਿਆ ਹੋਇਆ ਹੈ ਤੇ ਅੱਜ ਤੋਰੇ ਡਾਕੂ ਨੇ ਉਸਦੇ ਘਰ ਪੈਣਾ ਹੈ। ਤੈਨੂੰ ਪਤਾ ਹੈ ਕਿ ਇਸ ਡਾਕੂ ਨੇ ਦੂਰ ਡਾਕੇ ਮਾਰੇ ਹਨ ਤੇ ਹੁਣ ਮੇਰੇ ਇਲਾਕੇ ਵੱਲ ਇਸ ਨੇ ਮੂੰਹ ਕੀਤਾ ਹੈ। ਮੇਰੀ ਮਰਜ਼ੀ ਹੈ
ਕਿ ਮੈਂ ਆਪਣੇ ਇਲਾਕੇ ਦੇ ਪਹਿਲੇ ਡਾਕੇ ਵਿੱਚ ਹੀ ਉਸ ਨੂੰ ਪਕੜ ਲਵਾਂ। ਇਹ ਡਾਕੂ ਬਹਾਦਰ ਨਹੀਂ ਹੈ। ਇਹ ਇਸਤਰੀਆਂ, ਬੱਚਿਆਂ ਤੇ ਕਮਜ਼ੋਰਾਂ ਨੂੰ ਬਹੁਤ ਦੁੱਖ ਦਿੰਦਾ ਹੈ। ਇਸ ਕਰਕੇ ਮੇਰੇ ਵੱਲੋਂ ਖੁੱਲ੍ਹ ਹੈ ਕਿ ਜੇ ਬੇਸ਼ੱਕ ਡਾਕੇ ਸਮੇਂ ਇਸ ਨੂੰ ਮਾਰ ਦਿੱਤਾ ਜਾਵੇ। ਜੇ ਤਾਂ ਕੋਈ ਬਹਾਦਰ ਡਾਕੂ ਹੁੰਦਾ ਤਾਂ ਮੈਂ ਉਸ ਨੂੰ ਪਕੜਵਾ ਕੇ ਆਪਣੀ ਫੌਜ ਵਿੱਚ ਰੱਖ ਲੈਂਦਾ, ਪਰ ਇਹ ਤਾਂ ਕੋਹੜੀ ਨੀਚ ਹੈ। ਉਸਤਾਦ, ਇਹ ਬੜਾ ਮਾਲੂਮ ਹੁੰਦਾ ਹੈ, ਕਿਧਰੇ ਇਸ ਦਾ ਟਾਕਰਾ ਹੀ ਨਹੀਂ ਹੋਇਆ। ਇਹ ਬੜਾ ਬੇਖਬਰ ਰਹਿੰਦਾ ਹੈ ਤੇ ਟਾਕਰੇ ਵਾਲੀ ਥਾਂ ਤੋਂ ਪਹਿਲਾਂ ਹੀ ਟਲ ਜਾਂਦਾ ਹੈ। ਮੈਨੂੰ ਅੱਜ ਪੱਕੀ ਸੂਹ ਮਿਲੀ ਹੈ, ਪਰ ਡਰ ਹੈ ਕਿ ਕਿਧਰੇ ਉਸ ਨੂੰ ਪਤਾ ਨਾ ਲੱਗ ਜਾਏ। ਜ਼ਰੂਰ ਉਸ ਦਾ ਕੋਈ ਜਸੂਸ ਇੱਥੇ ਆਇਆ ਹੋਵੇਗਾ ਤੇ ਜੇ ਮੈਂ ਇੱਥੋਂ ਨਿਕਲ ਕੇ ਤੁਰਿਆ ਤਾਂ ਝੱਟ ਉਸ ਨੂੰ ਸ਼ੱਕ ਪੈ ਜਾਵੇਗਾ, ਉਹ ਟਲ ਜਾਵੇਗਾ। ਇਸੇ ਕਰਕੇ ਇਹ ਕੰਮ ਤੇਰੇ ਸਪੁਰਦ ਕਰਦਾ ਹਾਂ। 10 ਸਿੰਘ ਤੂੰ ਨਾਲ ਲੈ ਜਾ, ਪਰ ਉਹਨਾਂ ਨੂੰ ਦੱਸਣਾ ਨਹੀਂ ਕਿ ਕਿੱਧਰ ਜਾਣਾ ਹੈ ਤੇ ਨਾ ਗੁੜੇ ਵਿੱਚ ਵੜਨਾ ਹੈ। ਇੱਥੋਂ ਹਨੇਰੇ ਪਏ ਤੁਰਨਾ ਤੇ ਗੜੇ ਵਿੱਚ ਅੱਪੜ ਕੇ ਬਾਹਰ ਹੀ ਰਾਹ ਮੱਲਣਾ। ਜੇ ਤੂੰ ਪਹਿਲਾਂ ਗੜੇ ਦੇ ਕਿਸੇ ਆਦਮੀ ਦੀ ਮਦਦ ਲਈ ਤਾਂ ਇਸ ਲੂੰਬੜ ਨੂੰ ਜ਼ਰੂਰ ਪਤਾ ਲੱਗ ਜਾਏਗਾ। ਉਹ ਗੜੇ ਵਿੱਚ ਪੈਣੋਂ ਟਲ ਜਾਏਗਾ। ਟੇਰੂ ਨੂੰ ਵੀ ਖਬਰ ਨਹੀਂ ਕਰਨੀ। ਪਰ ਤੁਸੀਂ ਘੋੜੇ ਲੈ ਜਾਓ, ਪਰ ਦੂਰ ਹੀ ਸਿੰਘਾਂ ਦੇ ਹਵਾਲੇ ਕਰਕੇ ਉਹਨਾਂ ਨੂੰ ਬਿਠਾ ਜਾਣਾ ਤੇ ਬਾਕੀ ਦਿਨਾਂ ਨੇ ਪੈਦਲ ਹੀ ਜਾਣਾ, ਨਹੀਂ ਤਾਂ ਘੋੜਿਆਂ ਦੇ ਪੈਰਾਂ ਦੇ ਖੜਾਕ ਨਾਲ ਗੜੇ ਵਿੱਚ ਪਤਾ ਲੱਗ ਜਾਏਗਾ। ਤੂੰ ਗੜੇ ਦੇ ਰਾਹਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਤੇ ਇਸੇ ਕਰਕੇ ਤੇਰੇ ਸਪੁਰਦ ਇਹ ਕੰਮ ਕੀਤਾ ਹੈ। ਨਾਲੇ ਤੈਨੂੰ ਤੇਗਾ ਚਲਾਉਣ ਦਾ ਨਵਾਂ ਚਾਅ ਹੈ ਤੇ ਇਸ ਕਾਇਰ ਤੇ ਜ਼ਾਲਮ ਡਾਕੂ ਦੇ ਮਾਰੇ ਜਾਣ ਦਾ ਮੈਨੂੰ ਵੀ ਅਫਸੋਸ ਨਹੀਂ ਹੋਵੇਗਾ। ਇਸਨੇ ਚੱਕ ਵਾਲੋਂ ਬਾਹਰ ਜਾਂਦੀਆਂ 2 ਤੀਵੀਆਂ ਦੇ ਗਹਿਣੇ ਲਾਏ ਸਨ ਤੇ ਨਾਲ ਹੀ ਉਹਨਾਂ ਨੂੰ ਵੱਢ ਸੁੱਟਿਆ ਸੀ। ਇਸ ਤੋਂ ਵੀ ਮਾੜੀ ਖਬਰ ਮੇਰੇ ਕੰਨੀ ਪਈ ਹੈ, ਜਿਸ ਕਰਕੇ ਮੈਨੂੰ ਤਾਂ ਜੋਸ਼ ਆਉਂਦਾ ਹੈ ਕਿ ਮੈਂ ਆਪ ਚੱਲ ਕੇ ਆਪਣੇ ਹੱਥੀਂ ਇਸ ਬਦਮਾਸ਼ ਦੀ ਖਬਰ ਲਵਾਂ। ਪਰ ਇਸ ਦੀ ਜਸੂਸੀ ਦਾ ਕੰਮ ਪੱਕਾ ਹੈ, ਜਿਸ ਦੇ ਆਸਰੇ ਹੁਣ ਤੱਕ ਇਹ ਬਚਿਆ ਹੋਇਆ ਹੈ। ਇਹ ਅੱਗੇ ਸਭ ਨੂੰ ਖਬਰ ਸੀ ਕਿ ਸਰਦਾਰ ਦਾ ਇੱਕ ਮਿੱਤਰ ਗੰਡਾ ਸਿੰਘ ਅਟਾਰੀ ਤੋਂ ਆ ਰਿਹਾ ਹੈ। ਮੈਂ 10 ਸਿੰਘਾਂ ਨੂੰ ਸਰਦਾਰ ਦਾ ਹੁਕਮ ਸੁਣਾਇਆ ਕਿ ਰਾਤ ਨੂੰ ਗੁੱਜਰਖਾਨਾ ਚੱਲਣਾ ਹੈ, ਕਿਉਂਕਿ ਸਰਦਾਰ ਦੇ ਮਿੱਤਰ ਨੇ ਭਲਕੇ ਗੁੱਜਰਖਾਨੇ ਅੱਪੜ ਜਾਣਾ ਹੈ ਤੇ ਅਸਾਂ ਪਹਿਲਾਂ ਚੱਲ ਕੇ ਉਸ ਦੀ ਖਾਤਰ ਦਾ ਪ੍ਰਬੰਧ ਕਰਨਾ ਹੈ। ਇਸ ਬਹਾਨੇ ਨਾਲ ਮੈਂ 10 ਹੋਰ ਘੋੜਚੜਿਆਂ ਸਣੇ ਸ਼ਾਮ ਨੂੰ ਹਨੇਰੇ ਪਏ ਗੁੱਜਰਖਾਨੇ ਵੱਲ ਕੂਚ ਕੀਤਾ। ਕੋਈ 2 ਕੁ ਮੀਲ ਜਾ ਕੇ ਅਸਾਂ ਘੋੜਗੁੜੇ ਵੱਲ ਮੋੜੇ। ਰਾਹ ਦੇ ਵਿੱਚ ਮੋੜਿਆਂ ਤੋਂ ਬਚਦੇ ਅਸੀਂ ਗੁੜੇ ਕੋਲ ਪੁੱਜੇ। ਗੁੜਾ ਕੋਈ ਮੀਲ ਤੋਂ ਵੀ ਘੱਟ ਰਹਿ ਗਿਆ ਹੋਵੇਗਾ। ਉੱਥੇ ਕੱਸੀ ਵਿੱਚ ਅਸੀਂ ਘੋੜੇ ਫਲਾਹੀ ਦੇ ਬੂਟਿਆਂ ਨਾਲ ਬੰਦੇ ਤੇ 2 ਸਿੰਘਾਂ ਨੂੰ ਉੱਥੇ ਛੱਡਿਆ। ਗੜੇ ਵਿੱਚ ਪੁੱਜ ਕੇ ਕੱਸੀ ਦੇ ਦੋਹਾਂ ਰਾਹਾਂ ਵਿੱਚ ਮੈਂ 4 ਸਿੰਘ ਟਿੱਬਿਆਂ ਦੇ ਓਲੇ ਬਿਠਾ ਦਿੱਤੇ ਤੇ ਆਪ ਅੱਗੇ ਪਿੱਛੇ ਸੂਹ ਲੈਣ ਲਈ ਤੁਰ ਪਿਆ। ਮੈਂ ਪਿੰਡ ਵਿੱਚੋਂ ਹੋ ਕੇ ਮੁੜਿਆ। ਸਭ ਸੁੱਤੇ ਪਏ ਸਨ। ਕੁੱਤੇ ਮੈਨੂੰ ਭੌਂਕੇ, ਪਰ ਹੋਰ ਕਿਸੇ ਨੇ ਕੁਝ ਨਹੀਂ ਪੁੱਛਿਆ ਸੀ। ਮੈਂ ਆਪਣੇ ਇੱਕ ਟੋਲੇ ਕੋਲ ਬਹਿ ਗਿਆ। ਘੜੀ ਨੂੰ ਮੈਂ ਦੂਜੇ ਕੋਲ ਜਾ ਕੇ ਬੈਠਾ, ਫਿਰ ਪਿੰਡ ਵੱਲ ਗਿਆ। ਮੇਰੀ ਬੜੀ ਇੱਛਾ ਸੀ ਕਿ ਮੈਨੂੰ ਇਕੱਲੇ ਨੂੰ ਇਹ ਡਾਕੂ ਮਿਲ ਪੈਣ। ਘੋੜ ਚੜਿਆਂ ਵਿੱਚ ਰਹਿ ਕੇ ਮੈਂ ਬੰਦੂਕ, ਤਲਵਾਰ ਸਵਾਰੀ ਆਦਿ ਹੁਨਰ ਖੂਬ ਸਿੱਖ ਲਏ ਸਨ ਤੇ ਇੱਛਾ ਸੀ ਕਿ ਕਿਤੇ ਆਪਣਾ ਨਾਂ ਕੱਢਣ ਦਾ ਕੋਈ ਮੌਕਾ ਹੱਥ ਲੱਗੇ। ਇਸ ਕਰਕੇ ਮੈਂ ਪਿੰਡ ਦੇ ਦੁਆਲੇ ਇਕੱਲਾ ਹੀ ਫਿਰਦਾ ਸਾਂ। ਜਦ ਮੈਂ ਫਿਰਦਾ ਕੱਸੀ ਦੇ ਦੂਜੇ ਪਾਸੇ ਵੱਲ ਪਿੰਡ ਦੇ ਲਾਗੇ ਗਿਆ ਤਾਂ ਮੈਨੂੰ ਕੁਝ ਆਵਾਜ਼ ਕਰਨੀ ਪਈ। ਮੈਂ ਖੜੇ ਹੋ ਕੇ ਕੰਨ ਲਾਏ ਤਾਂ ਆਦਮੀਆਂ ਦੇ ਗੱਲਾਂ ਕਰਨ ਦੀ ਆਵਾਜ਼ ਸਾਫ਼ ਸਮਝ ਪੈ ਗਈ। ਮੈਂ ਉੱਥੇ ਹੀ ਨਿਉ ਕੇ ਹੌਲੀ ਤੁਰ ਪਿਆ। ਕਪਾਹ ਦੇ ਇੱਕ ਖੇਤ ਦੀ ਵੱਟ ਉੱਤੇ ਬੈਠੇ ਕੋਈ 15-16 ਡਾਕੂ ਸਲਾਹ ਕਰ ਰਹੇ ਸਨ। ਮੈਂ ਪਰਲੇ ਪਾਸਿਓਂ ਕਪਾਹ ਵਿੱਚ ਵੜ ਕੇ ਬੜੀ ਖਬਰਦਾਰੀ ਨਾਲ ਬਹਿ ਕੇ ਉਹਨਾਂ ਦੇ ਲਾਗੇ ਹੋ ਕੇ ਉਹਨਾਂ ਦੀਆਂ ਸਲਾਹਾਂ ਸੁਣਨ ਲੱਗਾ। ਉਹ ਝੱਟ ਹੀ ਉੱਥੋਂ ਉੱਠ ਬੈਠੇ ਤੇ ਮੈਂ ਵੀ ਨਾਲ ਹੀ ਮਗਰ ਹੋ ਗਿਆ। ਰਾਤ ਹਨੇਰੀ ਸੀ ਤੇ ਉਹ ਇਸ ਤਰ੍ਹਾਂ ਨਾਲ ਬਕਾਇਦਾ ਟੁਰਦੇ ਸਨ ਕਿ ਕਿਸੇ ਨੂੰ ਸ਼ੱਕ ਹੀ ਨਾ ਪਿਆ ਕਿ ਪਿੱਛੇ ਅਜਿਹਾ ਵੀ ਕੋਈ ਹੈ ਜੋ ਉਹਨਾਂ ਦੇ ਟੋਲੇ ਵਿੱਚੋਂ ਨਹੀਂ। ਮੇਰੇ ਪੈਰਾਂ ਦੀ ਆਵਾਜ਼ ਆਉਂਦੀ ਸੀ, ਪਰ ਉਹਨਾਂ ਤਾਂ ਇਹੋ ਸਮਝਿਆ ਕਿ ਉਹਨਾਂ ਵਿੱਚੋਂ ਹੀ ਕੋਈ 4 ਕਦਮ ਪਿੱਛੇ ਰਹਿ ਗਿਆ ਹੈ। ਗੁੜੇ ਦੀਆਂ ਗਲੀਆਂ ਵਿੱਚ ਉਹ ਜਾ ਵੜੇ। ਮੈਂ ਮਗਰ ਸਾਂ। ਢੇਰੂ ਦੇ ਘਰ ਪੁੱਜ ਕੇ ਉਹਨਾਂ ਵਿੱਚੋਂ ਕੁਝ ਤਾਂ ਕੋਠੇ ਉੱਤੇ ਚੜ੍ਹ ਗਏ, ਕੁਝ 2 ਜਥਿਆਂ ਵਿੱਚ ਬਣ ਕੇ ਇੱਕ ਜਥਾ ਢੇਰੂ ਦੇ ਘਰ ਦੇ ਲਹਿੰਦੇ ਪਾਸੇ ਹੋ ਗਿਆ, ਦੂਜਾ ਚੜ੍ਹਦੇ ਪਾਸੇ ਮੁੜ ਖੜੋਤਾ। ਦੇ ਪਾਸੇ ਵਾਲਿਆਂ ਦੇ ਮਗਰ ਮੈਂ ਸਾਂ। ਗਲੀ ਤੰਗ ਸੀ। ਮੈਂ ਬੜਾ ਪ੍ਰਸੰਨ ਸਾਂ, ਕਿਉਂਕਿ 2 ਤੋਂ ਵੱਧ ਲਈ ਸਾਹਮਣੇ ਹੋ ਕੇ ਮੇਰੇ ਨਾਲ ਲੜਨ ਦੀ ਥਾਂ ਨਹੀਂ ਸੀ। ਜਦ ਚੜ੍ਹਦੇ ਪਾਸੇ ਵਾਲਿਆਂ ਮੇਰੇ ਵੱਲ ਮੂੰਹ ਕੀਤਾ ਤਾਂ ਇੱਕ ਨੇ ਕਿਹਾ, ਟੁਰ ਵੀ ਕਿਹੜਾ ਹੈ, ਪਿੱਛੇ ਹੀ ਰਹਿ ਗਿਆ ਹੈ। ਆਉਂਦਾ ਹਾਂ ਤੁਹਾਡਾ ਪਿਓ। ਮੈਂ ਕਹਿੰਦਿਆਂ ਹੀ ਤਲਵਾਰ ਧੂ ਲਈ। ਉਸ ਵੇਲੇ ਕਿਸੇ ਡਾਕੂ ਨੇ ਢੇਰੂ ਦੇ ਬੂਹੇ ਨੂੰ ਧੱਕਾ ਮਾਰਿਆ ਤੇ ਢੇਰੂ ਨੇ ਅੰਦਰੋਂ ਰੌਲਾ ਪਾ ਦਿੱਤਾ। ਮੈਂ ਕਿਹਾ, ਤਕੜਾ ਰਿਹਾ ਢੇਰੂ, ਮੈਂ ਪੁੱਜ ਗਿਆ ਹਾਂ।
ਸਾਹਮਣੇ ਖੜੇ ਡਾਕੂਆਂ ਕੋਲ ਵੀ ਤਲਵਾਰਾਂ ਸਨ। ਉਹ ਮੇਰੇ ਵੱਲ ਝਪਟੇ। ਮੈਂ ਤਾਂ ਝਾਟੀ ਸਾਹਮਣੇ ਵਾਲੇ ਦੋਹਾਂ ਨੂੰ ਪਾਰ ਕੀਤਾ। ਪਿਛਲੇ ਭੱਜ ਉੱਠੇ। ਡਾਕੂਆਂ ਵਿੱਚ ਖਲਬਲੀ ਪੈ ਗਈ। 2 ਹੋਰ ਮੈਂ ਵੱਡੇ। ਕੋਠੇ ਉੱਤੋਂ ਕਿਸੇ ਡਾਕੂ ਨੇ ਮੇਰੇ ਸਿਰ ਵਿੱਚ ਵੱਟਾ ਮਾਰਿਆ। ਮੈਂ ਡਿੱਗ ਪਿਆ, ਪਰ ਮੈਂ ਵੱਡੀ ਪੱਗ ਬੰਨਿਆ ਕਰਦਾ ਸਾਂ, ਮੈਨੂੰ ਸੱਟ ਕੋਈ ਨਾ ਲੱਗੀ। ਉੱਠ ਕੇ ਮੈਂ ਲਲਕਾਰਾ ਮਾਰਿਆ ਤੇ ਉਤਲੇ ਡਾਕੂ ਪਿੱਛੇ ਪਾਸੇ ਛਾਲਾਂ ਮਾਰ ਗਏ। ਸਾਹਮਣੇ ਜਾਂਦੇ ਡਾਕੂ ਕੱਸੀ ਵੱਲ ਨੱਠੇ। ਮੈਂ ਉਹਨਾਂ ਦੇ ਮਗਰ ਨੱਠਾ, ਰੌਲਾ ਪਾਇਆ ਤੇ ਸਿੰਘਾਂ ਨੂੰ ਆਵਾਜ਼ ਦਿੱਤੀ, ਤਗੜੇ ਹੋ ਜਾਓ, ਡਾਕੂ ਆਏ ਜੇ। ਉਸ ਰਾਹ ਵਾਲੇ 4 ਸਿੰਘਾਂ ਨੇ ਰਾਹ ਰੋਕ ਲਿਆ। ਡਾਕੂ ਘੇਰੇ ਗਏ। ਉਹਨਾਂ ਨੂੰ ਮੈਂ ਕਿਹਾ, ਤਲਵਾਰਾਂ ਰੱਖ ਦਿਓ, ਨਹੀਂ ਤਾਂ ਮਾਰ ਦੇਵਾਂਗਾ। ਉਹਨਾਂ ਤਲਵਾਰਾਂ ਰੱਖ ਦਿੱਤੀਆਂ। ਇਸੇ ਤਰ੍ਹਾਂ 6 ਅਸੀਂ ਇੱਥੇ ਫੜੇ। ਉਹਨਾਂ 6 ਵਿੱਚ ਬੁਜ਼ਦਿਲ ਤੋਰਾ ਵੀ ਸੀ। ਜਾਦੇ ਡਾਕੂ ਸਰਦਾਰ ਸ਼ਾਮ ਸਿੰਘ ਦੇ ਪੇਸ਼ ਹੋਏ ਤਾਂ ਸਰਦਾਰ ਸਿੰਘ ਨੇ ਤੋਰੇ ਨੂੰ ਬਾਜ਼ਾਰ ਵਿੱਚ ਬੰਨ੍ਹ ਦਿੱਤਾ ਤੇ ਹੁਕਮ ਦਿੱਤਾ ਕਿ ਜੋ ਲੰਗੇ ਹਰਾਮੀ ਉੱਤੇ ਥੁੱਕ ਕੇ ਲੰਗੇ ਤੇ 5 ਛਿੱਤਰ ਇਸ ਦੇ ਸਿਰ ਵਿੱਚ ਮਾਰੇ। ਇਸ ਹਰਾਮੀ ਨੇ ਇਸਤਰੀਆਂ ਦੀ ਬੇਪਤੀ ਕੀਤੀ ਹੈ ਤੇ ਇਸ ਉੱਤੇ ਕੋਈ ਰਹਿਮ ਨਹੀਂ ਹੋ ਸਕਦਾ। ਦੂਜੇ ਦਿਨ ਹਰਾਮੀ ਨੂੰ ਕਾਠ ਮਾਰ ਕੇ ਸੁੱਟ ਦਿੱਤਾ ਗਿਆ। ਸਿੰਘ ਤਾਂ ਕਹਿੰਦੇ ਸਨ ਕਿ ਇਸ ਹਰਾਮੀ ਉੱਤੇ ਕੁੱਤੇ ਛੱਡੇ ਜਾਣ, ਪਰ ਸਰਦਾਰ ਨੇ ਕਿਹਾ, ਠੀਕ ਇਹ ਬੜਾ ਪਾਪੀ ਹੈ, ਪਰ ਮੇਰਾ ਆਪਣਾ ਮਨ ਇਸ ਪਾਪੀ ਨੂੰ ਹੋਰ ਦੁੱਖ ਦੇਣ ਦਾ ਨਹੀਂ ਕਰਦਾ। ਮੇਰੀਆਂ ਅੱਖਾਂ ਹੋਰ ਸਹਾਰ ਨਹੀਂ ਸਕਦੀਆਂ। ਸਰਦਾਰ ਨੇ ਹੁਕਮ ਦਿੱਤਾ ਤੇ ਇੱਕ ਸਿੰਘ ਨੇ ਗੋਲੀ ਮਾਰ ਕੇ ਇਸ ਗੰਦੇ ਪਾਪੀ ਦਾ ਖਾਤਮਾ ਕੀਤਾ। ਬਾਕੀ ਡਾਕੂਆਂ ਨੂੰ ਹੋਰ ਸਜ਼ਾਵਾਂ ਹੋਈਆਂ। ਕੋਠੇ ਵਾਲੇ ਜਿਹੜੇ ਨੱਠ ਗਏ ਸਨ, ਉਹ ਵੀ ਦੂਜਿਆਂ ਦੇ ਦੱਸਣ ਉੱਤੇ ਪਕੜ ਲਿਆਂਦੇ ਗਏ ਸਨ।